ਅੱਜ ਦੀ ਕਲਾਸ ਦੇ ਵਿੱਚ ਬੇਟਾ ਆਪਾਂ 10th ਕਲਾਸ ਦਾ ਜੋ ਨੈਸ ਸੈਂਪਲ ਪੇਪਰ 6 ਹੈ ਮੈਥੇਮੈਟਿਕਸ ਦਾ ਉਸ ਨੂੰ ਸੋਲਵ ਕਰਾਂਗੇ। ਆਓ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ। ਪਹਿਲਾ ਜਿਹੜਾ ਸਾਡੇ ਕੋਲੇ ਬੇਟਾ ਕੁਐਸਚਨ ਹੈ, ਦੇਖੋ ਕੀ ਹੈ। ਜੇਕਰ p ਇੱਕ ਅਭਾਜ ਸੰਖਿਆ ਹੈ ਅਤੇ p k ਸਕੁਏਅਰ ਨੂੰ ਕੀ ਕਰਦੀ ਹੈ, ਭਾਗ ਕਰਦੀ ਹੈ, ਤਾਂ p ਡੈਸ਼ ਨੂੰ ਭਾਗ ਕਰੇਗੀ ਤਾਂ ਅਸੀਂ ਖਾਲੀ ਥਾਂ ਭਰਨੀ ਹੈ। ਤਾਂ ਇੱਕ ਸਟੈਂਡਰਡ ਰਿਜ਼ਲਟ ਹੈ ਬੇਟਾ, ਜੇ p ਇੱਕ ਪ੍ਰਾइम नंबर है और वो k स्केयर ਨੂੰ ਕੀ ਕਰਦਾ, ਪੂਰਾ ਪੂਰਾ ਡਿਵਾਈਡ ਕਰਦਾ, ਤਾਂ ਉਹ k ਨੂੰ ਵੀ ਪੂਰਾ ਪੂਰਾ ਡਿਵਾਈਡ ਕਰੂਗਾ। ਤਾਂ ਇਹਦੇ ਵਿੱਚ ਯਾਦ ਰੱਖਣਾ ਤੁਸੀਂ, ਜੇ ਕੋਈ p ਇੱਕ ਪ੍ਰਾइम नंबर है और k स्केयर ਨੂੰ ਪੂਰਾ ਪੂਰਾ ਉਹ ਡਿਵਾਈਡ ਕਰਦਾ ਤਾਂ ਉਹ k ਨੂੰ ਵੀ ਕੀ ਕਰੂਗਾ, ਭਾਗ ਕਰੂਗਾ, ਯਾਨੀ ਪੂਰਾ ਪੂਰਾ ਡਿਵਾਈਡ ਕਰੂਗਾ। ਤਾਂ ਇਹਦਾ ਸੈਕੰਡ ਆਪਸ਼ਨ ਇਹਦਾ ਰਾਈਟ ਆਨਸਰ ਹੈ। ਤਾਂ ਅੱਗੇ ਚੱਲਦੇ ਹਾਂ ਸੈਕੰਡ ਕੁਐਸਚਨ। ਇੱਕ ਵਾਸਤਵਿਕ ਸੰਖਿਆ b ਬਹੁਪਦ gx ਦਾ ਸਿਫਰ ਕਹਾਉਂਦੀ ਹੈ ਜੇਕਰ ਪਹਿਲਾ ਆਪਸ਼ਨ ਹੈ ਸਾਡੇ ਕੋਲੇ gb ਇਕੁਅਲ ਟੂ -1 ਦਿੱਤਾ ਹੋਇਆ, ਦੂਸਰਾ gb ਇਕੁਅਲ ਟੂ 1, ਤੀਸਰਾ ਹੈ gb ਇਕੁਅਲ ਟੂ 0। ਇਹੀ ਸਾਡਾ ਆਨਸਰ ਹੈ। ਦੇਖੋ ਜੇ x ਬਰਾਬਰ b ਜਿਹੜੀ ਵੈਲੂ ਹੈ ਉਹ gx ਦੀ ਬਹੁਪਦ gx ਦੀ ਕੀ ਹੈ, ਇੱਕ ਸਿਫਰ ਹੈ, ਇਹਦੀ 0 ਹੈ, ਤਾਂ ਕੀ ਹੋਊਗਾ ਜਦੋਂ ਇਹ ਵੈਲੂ ਅਸੀਂ ਇਸ ਦੇ ਵਿੱਚ ਭਰਾਂਗੇ, x ਬਰਾਬਰ v ਵੈਲੂ ਜਦੋਂ ਆਪਾਂ ਬਹੁਪਦ ਦੇ ਵਿੱਚ ਭਰਾਂਗੇ ਤਾਂ ਇਹ ਵੈਲੂ ਕਿਸ ਦੇ ਇਕੁਅਲ ਆਊਗੀ, 0 ਦੇ, ਕਿਉਂਕਿ ਸਿਫਰ ਦਾ ਮਤਲਬ ਹੀ ਇਹ ਹੁੰਦਾ ਹੈ x ਦਾ ਇਹੋ ਜਿਹਾ ਮਾਨ ਜਿਹੜਾ ਉਸ ਬਹੁਪਦ ਵਿੱਚ ਭਰਨ ਤੇ ਉਸ ਨੂੰ ਕੀ ਬਣਾ ਦੇ, 0 ਬਣਾ ਦੇ। ਤਾਂ ਇਸ ਤਰੀਕੇ ਨਾਲ ਸਾਡਾ ਆਨਸਰ ਹੋਊਗਾ ਸਾਡਾ, ਜਦੋਂ ਇੱਥੇ ਅਸੀਂ x ਦੀ ਵੈਲੂ 20 ਪੁੱਟ ਕਰਾਂਗੇ ਤਾਂ ਸਾਡੇ ਕੋਲੇ ਕੀ ਆ ਜਾਊਗਾ, gb ਬਰਾਬਰ 0। ਇਹ ਸਾਡੇ ਕੋਲੇ ਕੀ ਆ ਗਿਆ, ਆਨਸਰ ਆ ਗਿਆ ਸੈਕੰਡ ਕੁਐਸਚਨ ਦਾ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ। ਅਗਲਾ ਸਾਡਾ ਜਿਹੜਾ ਤੀਸਰਾ ਕੁਐਸਚਨ ਹੈ, ਇੱਕ ਮਠਿਆਈ ਵਿਕਰੇਤਾ ਕੋਲ 420 ਕਾਜੂ ਦੀਆਂ ਬਰਫੀਆਂ ਅਤੇ 130 ਬਦਾਮ ਦੀਆਂ ਬਰਫੀਆਂ ਹਨ। ਤਾਂ ਦੋ ਤਰ੍ਹਾਂ ਦੀਆਂ ਉਹਦੇ ਕੋਲੇ ਜਿਹੜੀਆਂ ਬਰਫੀਆਂ ਦਿੱਤੀਆਂ ਹੋਈਆਂ। ਅੱਗੇ ਹੈ ਉਹ ਉਹਨਾਂ ਨੂੰ ਦੀਆਂ ਢੇਰੀਆਂ ਬਣਾਉਣਾ ਚਾਹੁੰਦਾ ਹੈ, ਹਰ ਇੱਕ ਢੇਰੀ ਵਿੱਚ ਬਰਫੀਆਂ ਦੀ ਗਿਣਤੀ ਬਰਾਬਰ ਰਹੇ ਅਤੇ ਇਹ ਢੇਰੀਆਂ ਬਰਫੀ ਦੀ ਪ੍ਰਾਂਤ ਵਿੱਚ ਘੱਟ ਤੋਂ ਘੱਟ ਸਥਾਨ ਘੇਰਨ। ਜਦੋਂ ਘੱਟ ਤੋਂ ਘੱਟ ਸਥਾਨ ਘੇਰਨ ਦੀ ਗੱਲ ਕੀਤੀ ਗਈ ਹੈ, ਇਸ ਕੰਮ ਦੇ ਲਈ ਹਰ ਇੱਕ ਢੇਰੀ ਵਿੱਚ ਕਿੰਨੀਆਂ ਬਰਫੀਆਂ ਰੱਖੀਆਂ ਜਾ ਸਕਦੀਆਂ ਹਨ। ਤਾਂ ਇੱਥੇ ਅਸੀਂ ਕੀ ਕਰਨਾ ਬੇਟਾ, HCF ਫਾਈਂਡ ਕਰਨਾ, ਇਹਦਾ ਹਾਈਐਸਟ ਕੋਮਨ ਫੈਕਟਰ ਫਾਈਂਡ ਕਰਨਾ ਹੈ, ਤਾਂ ਕਿ ਜਿਹੜੀਆਂ ਉਹ ਬਰਫੀਆਂ ਦੀ ਗਿਣਤੀ ਹੈ ਹਰੇਕ ਢੇਰੀ ਦੇ ਵਿੱਚ ਕੀ ਹੋਣੀ ਚਾਹੀਦੀ ਹੈ, ਬਰਾਬਰ ਹੋਣੀ ਚਾਹੀਦੀ ਹੈ। ਤਾਂ ਦੇਖੋ ਪਹਿਲਾਂ ਆਪਾਂ ਫੈਕਟਰ ਕਰਦੇ ਹਾਂ 420 ਦੇ, 420 ਦੇ ਗੁਣਨਖੰਡ ਕਰਦੇ ਹਾਂ। ਦੇਖੋ 420 ਪਹਿਲਾਂ ਕਿੰਨੇ ਤੇ ਭਾਗ ਹੋ ਗਿਆ, 2 ਤੇ ਭਾਗ ਕਰਾਂਗੇ, ਆ ਗਿਆ 2 ਦੂਣੀ 4, 2 ਏਕਮ 2, 210 ਤੇ ਵੰਡਿਆ ਗਿਆ, ਫਿਰ 2 ਤੇ ਵੰਡ ਦਿੰਦੇ ਇਸ ਨੂੰ, ਤਾਂ ਇਹ ਸਾਡੇ ਕੋਲ ਆ ਗਿਆ 2 ਏਕਮ 2, ਉਸ ਤੋਂ ਬਾਅਦ ਬਚ ਗਿਆ 1, ਉਸ ਤੋਂ ਬਾਅਦ ਨਹੀਂ ਜਾ ਰਿਹਾ 0, 2 5 10, ਫਿਰ 3 ਤੇ ਗਿਆ ਇਹ, ਉਸ ਤੋਂ ਬਾਅਦ 3 3 9, 3 5 15, ਫਿਰ 5 ਤੇ ਚਲਾ ਜਾਊਗਾ ਇਹ, 5 7 35, 7 ਏਕਮ 7। ਤਾਂ ਜਿਹੜੇ 420 ਦੇ ਗੁਣਨਖੰਡ ਸੀ ਉਹ ਅਸੀਂ ਕਰ ਲਏ। 420 ਦੇ ਗੁਣਨਖੰਡ ਸਾਡੇ ਕੋਲ ਕੀ ਆਏ, ਦੇਖੋ 2 ਗੁਣਾ 2 ਗੁਣਾ 3 ਗੁਣਾ 5 ਤੇ ਗੁਣਾ 7। ਉਸ ਤੋਂ ਬਾਅਦ ਆਪਾਂ ਅਭਾਜ ਗੁਣਨਖੰਡ ਕਰਦੇ 130 ਦੇ। ਪਹਿਲਾਂ ਦੇਖੋ 2 ਤੇ ਵੰਡਤਾ ਅਸੀਂ, ਜੇ 2 ਤੇ ਵੰਡਿਆ ਆ ਗਿਆ 2 ਛਿੱਕੇ 12, 2 5 10, ਫਿਰ 5 ਤੇ ਚਲਾ ਗਿਆ ਇਹ, 13 5 65, ਫਿਰ 13 ਏਕਮ 13। ਤਾਂ ਸਾਡੇ ਕੋਲ 130 ਦੇ ਗੁਣਨਖੰਡ ਦੇਖੋ ਕੀ ਆਏ, ਉਹ ਆਏ 2 ਗੁਣਾ 5 ਗੁਣਾ 13। ਤਾਂ ਜਦੋਂ ਅਸੀਂ HCF ਕੱਢਣਾ ਹੁੰਦਾ ਹੈ, ਹਾਈਐਸਟ ਕੋਮਨ ਫੈਕਟਰ ਕੱਢਣਾ ਹੁੰਦਾ ਹੈ, ਉਦੋਂ ਕੀ ਕਰਦੇ, ਕੋਮਨ ਫੈਕਟਰ ਲੈਂਦੇ ਹਾਂ। ਪਹਿਲਾਂ ਦੇਖੋ ਕੀ ਕੋਮਨ ਆਇਆ ਸਾਡੇ ਕੋਲੇ 2 ਦੋਨਾਂ ਦੇ ਵਿੱਚ, ਉਸ ਤੋਂ ਬਾਅਦ ਕੀ ਕੋਮਨ ਹੈ, ਦੇਖੋ 5, ਠੀਕ ਹੈ। ਤਾਂ 2 5 ਕਿੰਨਾ ਹੋ ਗਿਆ, 10। ਤਾਂ ਸਾਡੇ ਕੋਲੇ ਆਨਸਰ ਕੀ ਆਇਆ, ਇਸ ਕੰਮ ਦੇ ਲਈ ਹਰ ਇੱਕ ਢੇਰੀ ਵਿੱਚ ਕਿੰਨੀਆਂ ਬਰਫੀਆਂ ਰੱਖੀਆਂ ਜਾ ਸਕਦੀਆਂ, ਜਿਹੜੀਆਂ ਬਰਾਬਰ ਢੇਰੀਆਂ ਬਣਾਈਆਂ ਸੀ ਤਾਂ ਹਰੇਕ ਢੇਰੀ ਦੇ ਵਿੱਚ ਕਿੰਨੀਆਂ ਬਰਫੀਆਂ ਰੱਖੀਆਂ ਜਾ ਸਕਦੀਆਂ, 10। ਤਾਂ 10 ਸਾਡਾ ਕੀ ਹੈ, ਆਨਸਰ ਹੈ। ਤਾਂ ਦੇਖੋ ਥਰਡ ਆਪਸ਼ਨ ਕੀ ਹੈ ਸਾਡਾ। ਅਗਲਾ ਪ੍ਰਸ਼ਨ ਸਾਡੇ ਕੋਲ ਦੇਖੋ ਕੀ ਹੈ, ਚੌਥਾ ਪ੍ਰਸ਼ਨ। ਜੇਕਰ ਕਿਸੇ ਬਾਰੰਬਾਰਤਾ ਵੰਡ ਦੀ ਮੱਧਿਕਾ 12 ਹੈ ਅਤੇ ਬਹੁਲਕ 13 ਹੋਵੇ ਤਾਂ ਉਸ ਦਾ ਮੱਧਮਨ ਕੀ ਹੋਵੇਗਾ। ਯਾਨੀ ਸਾਨੂੰ ਇੱਕ ਤਾਂ ਮੀਡੀਅਨ ਦਿੱਤੀ ਹੋਈ ਹੈ 12 ਔਰ ਇੱਕ ਸਾਨੂੰ ਮੋਡ ਦਿੱਤਾ ਹੋਇਆ ਬਹੁਲਕ 13, ਤਾਂ ਸਾਨੂੰ ਮੱਧਮਨ ਯਾਨੀ ਮੀਨ ਪੁੱਛਿਆ ਹੋਇਆ। ਬੇਟਾ ਇੱਕ ਸਟੈਂਡਰਡ ਰਿਜ਼ਲਟ ਹੁੰਦਾ ਹੈ, ਮੈਂ ਉਸ ਨੂੰ ਲਿਖ ਰਿਹਾ, ਤੁਸੀਂ ਉਸ ਨੂੰ ਨੋਟ ਰੱਖਣ, ਯਾਦ ਕਰ ਲੈਣਾ ਹੈਗਾ।
ਤਾਂ ਦੇਖੋ ਜਿਹੜਾ ਮੋਡ ਹੁੰਦਾ ਹੈਗਾ, ਬੋਲਕ ਹੁੰਦਾ ਹੈਗਾ, ਮੋਡ ਯਾਨੀ ਬੋਲਕ, ਉਹ ਕਿਸ ਦੇ ਬਰਾਬਰ ਹੁੰਦਾ? ਉਹਦਾ 3 ਇੰਟੂ ਮੀਡੀਅਨ। ਇਹ ਪਹਿਲਾਂ 1 ਨੰਬਰ ਦੇ ਆਪਾਂ ਫਾਰਮੂਲੇ ਦੇ ਵਿੱਚ ਵੀ ਪੜ੍ਹਿਆ ਸੀ, 3 ਇੰਟੂ ਮੀਡੀਅਨ ਮਾਈਨਸ 2 ਇੰਟੂ ਮੀਨ। ਤਾਂ ਇਹ ਸਾਡੇ ਕੋਲੇ ਫਾਰਮੂਲਾ ਸੀ। ਕੀ ਸੀਗਾ? ਜਿਹੜਾ ਬੋਲਕ ਹੁੰਦਾ ਹੈ ਉਹ ਕਿਸ ਦੇ ਬਰਾਬਰ ਹੁੰਦਾ ਹੈ? 3 ਗੁਣਾ ਮੱਧਿਕਾ ਮਾਈਨਸ 2 ਗੁਣਾ ਮੱਧਮਾਨ। ਇਹ ਸਾਡੇ ਕੋਲੇ ਫਾਰਮੂਲਾ ਹੁੰਦਾ। ਠੀਕ ਹੈ, ਹੁਣ ਆਪਾਂ ਵੈਲਿਊ ਕੱਢਣੀ ਹੈ ਮੱਧਮਾਨ ਦੀ। ਬੋਲਕ ਸਾਨੂੰ ਕਿੰਨਾ ਦਿੱਤਾ ਹੋਇਆ? ਦੇਖੋ 13। ਇੱਥੇ ਬੋਲਕ ਦੀ ਜਗ੍ਹਾ ਅਸੀਂ 13 ਭਰਤਾ, ਮੋਡ ਦੀ ਜਗ੍ਹਾ ਤੇ, ਬਰਾਬਰ 3 ਗੁਣਾ ਮੱਧਿਕਾ। ਮੱਧਿਕਾ ਵੀ ਸਾਨੂੰ ਦਿੱਤੀ ਹੋਈ ਕਿੰਨੀ? 12 ਭਰਤੀ ਆਪਾਂ, 3 ਗੁਣਾ 12 ਮਾਈਨਸ 2 ਗੁਣਾ ਮੱਧਮਾਨ। ਮੱਧਮਾਨ ਸਾਨੂੰ ਨਹੀਂ ਪਤਾ, ਅਸੀਂ ਕੱਢਣਾ ਹੈਗਾ। ਮੱਧਮਾਨ ਨੂੰ ਅਸੀਂ ਕੀ ਮੰਨ ਲਿਆ? x। ਜਿਹੜਾ ਮੱਧਮਾਨ ਹੈ ਅਸੀਂ ਮੰਨ ਲੈਂਦੇ ਹਾਂ ਵੀ ਜਿਹੜਾ ਮੱਧਮਾਨ ਹੈ ਸਾਡਾ ਕਿੰਨਾ ਹੈਗਾ? x ਹੈਗਾ। ਠੀਕ ਹੈ, ਹੁਣ ਦੇਖੋ ਆ ਮਾਈਨਸ ਦਾ 2x ਹੈ, ਇਧਰ ਆ ਕੇ ਹੋ ਜਾਊਗਾ ਪਲੱਸ 2x। 12 ਤੇ 3 ਦੀ ਗੁਣਾ ਕੀਤੀ ਹੈ, ਬਣ ਗਿਆ 36। ਆ 13 ਨੂੰ ਅਸੀਂ ਪਰਲੀ ਸਾਈਡ ਲੈ ਜਾਵਾਂਗੇ, ਉਧਰ ਜਾ ਕੇ ਕਾਹਦਾ ਹੋ ਜਾਊਗਾ? ਮਾਈਨਸ ਦਾ। 2x ਇੱਧਰ ਆ ਕੇ ਪਲੱਸ ਹੋ ਗਿਆ, 13x ਉਧਰ ਜਾ ਕੇ ਮਾਈਨਸ ਹੋ ਗਿਆ। ਤਾਂ 2x ਬਰਾਬਰ ਕਿੰਨਾ ਆ ਗਿਆ? 36 ਚੋਂ 13 ਘਟਾਏ, 36 ਦੇ ਵਿੱਚੋਂ 13 ਘਟਾਏ, ਸਾਡੇ ਕੋਲ ਆ ਗਿਆ 23। ਔਰ x ਦੀ ਵੈਲਿਊ ਆ ਗਈ ਸਾਡੇ ਕੋਲ 23/2। ਜਦੋਂ 23 ਨੂੰ 2 ਤੇ ਵੰਡਾਂਗੇ ਤਾਂ ਕਿੰਨਾ ਆ ਗਿਆ? 2 ਏਕਮ 2। ਇਹ ਪੂਰਾ ਪੂਰਾ ਤਾਂ ਵੰਡਿਆ ਨਹੀਂ ਜਾਂਦਾ, ਇਹ ਆ ਗਿਆ 11.5 ਯਾਨੀ 11.5 ਸਾਡੇ ਕੋਲ ਕੀ ਆ ਗਿਆ? ਆਨਸਰ ਆ ਗਿਆ। ਤਾਂ ਦੇਖੋ ਥਰਡ ਆਪਸ਼ਨ ਹੈ ਜਿਹੜਾ ਉਹ ਸਾਡੇ ਕੋਲੇ ਰਾਈਟ ਆਨਸਰ ਹੈ। ਜਸਟ ਇਸ ਕੁਐਸਚਨ ਦੇ ਵਿੱਚ ਬੇਟਾ ਇੱਕ ਇਹ ਰਿਜ਼ਲਟ ਯਾਦ ਰੱਖਣਾ ਹੈ। ਬੋਲਕ ਕਿਸ ਦੇ ਬਰਾਬਰ ਹੁੰਦਾ ਹੈ? 3 ਗੁਣਾ ਮੱਧਿਕਾ ਮਾਈਨਸ 2 ਗੁਣਾ ਮੱਧਮਾਨ। ਤਾਂ ਇਸ ਰਿਜ਼ਲਟ ਦਾ ਯੂਜ਼ ਕਰਕੇ ਅਸੀਂ ਇਹ ਆਨਸਰ ਕੱਢ ਲਿਆ। ਅਗਲਾ ਪ੍ਰਸ਼ਨ ਦੇਖੋ ਕੀ ਹੈ? K ਦਾ ਇੱਕ ਅਜਿਹਾ ਮੁੱਲ ਜਿਸ ਦੇ ਲਈ x ਬਰਾਬਰ -2 ਦੋ ਘਾਤੀ ਸਮੀਕਰਨ ਦਾ ਮੂਲ ਹੋਵੇ। ਦੇਖੋ ਜਿਹੜਾ ਸਾਨੂੰ ਮੁੱਲ ਦਿੱਤਾ ਹੋਇਆ x ਦਾ, ਉਹ ਇਸ ਸਮੀਕਰਨ ਦਾ ਮੂਲ ਹੈ, ਰੂਟ ਹੈ। ਤਾਂ x ਦੀ ਵੈਲਿਊ -2 ਅਸੀਂ ਇਸ ਇਕੁਏਸ਼ਨ ਦੇ ਵਿੱਚ, ਸਮੀਕਰਨ ਦੇ ਵਿੱਚ ਭਰਨੀ ਹੈ। ਸਮੀਕਰਨ ਕੀ ਹੈ ਸਾਡੇ ਕੋਲ? ਦੇਖੋ kx², x ਦੀ ਜਗ੍ਹਾ ਤੇ ਅਸੀਂ ਭਰਤਾ -2, -2 ਦਾ ਸਕੇਅਰ ਹੋ ਗਿਆ, ਪਲੱਸ ਫਿਰ x ਸੀ, x ਦੀ ਜਗ੍ਹਾ ਭਰਤਾ ਸੀ -2, -6 ਬਰਾਬਰ ਕੀ ਹੈ? 0। ਇਹਨੂੰ ਅਸੀਂ ਹੱਲ ਕਰ ਦਾਂਗੇ। -2 ਦਾ ਸਕੇਅਰ ਕਰਾਂਗੇ ਆ ਜਾਊਗਾ +4k, -2 ਪਲੱਸ ਤੇ ਮਾਈਨਸ ਕੀ ਹੋ ਗਿਆ? -2 -6 ਬਰਾਬਰ ਕਿੰਨਾ ਆ ਗਿਆ? 0। ਇਹਨੂੰ ਅਸੀਂ ਸੋਲਵ ਕਰ ਦਾਂਗੇ। -2 ਔਰ -6 ਉਧਰ ਜਾ ਕੇ ਕਾਹਦੇ ਹੋ ਜਾਣਗੇ? ਪਲੱਸ ਦੇ। ਤਾਂ ਇਹ ਆ ਜਾਓ 4k ਬਰਾਬਰ ਕੀ ਆ ਜਾਊਗਾ? 2 ਤੇ 6 ਉਧਰ ਜਾ ਕੇ ਕਾਹਦੇ ਹੋ ਗਏ? ਪਲੱਸ ਦੇ ਹੋ ਗਏ। ਕਿੰਨਾ ਹੋ ਗਿਆ ਇਹ? 8। ਤਾਂ k ਦੀ ਵੈਲਿਊ ਆ ਗਈ 8/4, ਕੱਟ ਕੇ ਕਿੰਨਾ ਆ ਜਾਊਗਾ ਸਾਡੇ ਕੋਲ? 4 ਦੂਣੀ 8, 2। ਇਸ ਨੂੰ ਬੇਟਾ ਨੋਟ ਕਰ ਲਓ, ਸਕਰੀਨਸ਼ਾਟ ਲੈ ਲਿਆ ਕਰੋ ਤੁਸੀਂ। ਜੇ ਸਮਝ ਆ ਰਿਹਾ ਤਾਂ ਇਹਨੂੰ ਕਾਪੀ ਦੇ ਉੱਪਰ ਉਸ ਤੋਂ ਬਾਅਦ ਨੋਟ ਕਰ ਲਿਓ। ਤਾਂ ਇਹਦਾ ਜਿਹੜਾ ਸਾਡੇ ਕੋਲ ਥਰਡ ਆਪਸ਼ਨ ਆ ਉਹ ਰਾਈਟ ਆਨਸਰ ਹੈ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ। ਦੇਖੋ ਇੱਕ ਸਾਨੂੰ ਵੈਲਿਊ ਹੀ ਦਿੱਤੀਆਂ ਹੋਈਆਂ 3। ਜੇਕਰ ਸੰਖਿਆਵਾਂ q-1, q+3 ਔਰ ਉਸ ਤੋਂ ਬਾਅਦ ਹੈ 3q-1 ਇੱਕ ਅੰਕ ਗਣਿਤਕ ਲੜੀ ਬਣਾਉਂਦੀਆਂ ਹਨ ਤਾਂ q ਦੀ ਵੈਲਿਊ ਕੀ ਹੋਗੀ? ਇਹ ਬੇਟਾ ਆਪਾਂ ਪੁੱਟ ਕਰਕੇ ਵੈਲਿਊ ਦੇ ਸਕਦੇ ਹਾਂ। ਦੇਖੋ q ਦੀ ਵੈਲਿਊ ਸਾਨੂੰ 4 ਦਿੱਤੀ ਹੋਈ ਹੈ, ਅਸੀਂ ਇੱਥੇ ਭਰ ਦਈਏ ਜੀ ਉੱਪਰ। ਦੇਖੋ ਪਹਿਲਾ ਆਪਸ਼ਨ ਭਰ ਕੇ ਦੇਖਦੇ ਹਾਂ ਵੈਲਿਊ ਆਪਾਂ। q ਦੀ ਜਗ੍ਹਾ ਆਪਾਂ 4 ਪੁੱਟ ਕਰਤਾ ਹੈਗਾ, 4 - 1, ਫਿਰ ਹੈ 4 + 3, ਫਿਰ ਹੈ 3 × 4 - 1। ਜਿੱਥੇ q ਸੀ ਉੱਥੇ ਆਪਾਂ 4 ਭਰਤਾ। ਦੇਖੋ ਪਹਿਲਾਂ q - 1 ਸੀ, 4 ਘਟਾ 1, ਫਿਰ q + 3 ਸੀ, 4 + 3 ਕਰਤਾ ਨਾ, ਫਿਰ 3q - 6 ਸੀ, 3 ਗੁਣਾ q - 6 ਕਰਦਾ ਹੈਗਾ। 4 ਚੋਂ 1 ਘਟਾਇਆ 3, ਫਿਰ 4 ਤੇ 3 7 ਬਣ ਗਏ, 3 ਚੋਂ 12, 12 ਚੋਂ 1 ਘਟਾਇਆ 11। ਤਾਂ ਦੇਖੋ AP ਬਣ ਰਹੀ ਹੈ 3 7 ਤੇ 4, 3 7 ਤੇ 11, 4 4 ਦਾ ਅੰਤਰ ਹੈ ਨਾ ਸਾਰਿਆਂ ਦੇ ਵਿੱਚ। ਤਾਂ ਇਹ ਇਹਦਾ ਰਾਈਟ ਆਨਸਰ ਹੈ। ਦੂਸਰਾ ਮੈਥਡ ਕੀ ਸੀਗਾ ਉਹ ਵੀ ਆਪਾਂ ਕਰਦੇ ਹਾਂ। ਸੈਕਿੰਡ ਮੈਥਡ ਕੀ ਹੈ? ਇਹ ਤਿੰਨੋਂ ਟਰਮਜ਼ ਜਿਹੜੀਆਂ ਸਾਨੂੰ ਦਿੱਤੀਆਂ ਹੋਈਆਂ ਆਹ ਵਾਲੀਆਂ, ਇਹ ਇੱਕ ਅੰਕ ਗਣਿਤਕ ਲੜੀ ਬਣਾਉਂਦੀਆਂ, ਯਾਨੀ AP ਦੇ ਵਿੱਚ ਹੈ। ਤਾਂ ਪਹਿਲੀਆਂ ਦੋ ਦਾ ਜਿਹੜਾ ਅੰਤਰ ਹੋਊਗਾ, ਯਾਨੀ ਜੇ q + 3 ਦੇ ਵਿੱਚੋਂ ਅਸੀਂ q - 1 ਘਟਾਉਣੇ ਹੈ, q - 1 ਹੈ ਜਿਹੜਾ ਉਸਨੂੰ ਮਾਈਨਸ ਕਰਦੇ ਹਾਂ, ਯਾਨੀ ਪਹਿਲੀਆਂ ਇਹਦੇ ਵਿੱਚੋਂ ਇਹ ਘਟਾਤੀ, ਸੈਕਿੰਡ ਦੇ ਵਿੱਚੋਂ ਪਹਿਲੀ ਘਟਾਤੀ। ਜੇ ਅਸੀਂ ਫਿਰ ਤੀਸਰੀ ਦੇ ਵਿੱਚੋਂ ਦੂਸਰੀ ਘਟਾਉਣੇ ਹੈ, 3q - 1 ਦੇ ਵਿੱਚੋਂ ਕੀ ਘਟਾਉਣੇ ਆਪਾਂ? ਦੂਸਰੀ ਘਟਾਉਣੇ, ਯਾਨੀ q +
3 ਘਟਾਉਣੇ ਆ ਤਾਂ ਇਹ ਵੈਲਿਊ ਕੀ ਆਊਗੀ, ਬਰਾਬਰ ਆਊਗੀ। ਕਿਉਂ? ਕਿਉਂਕਿ ਹਰ 2 ਲਗਾਤਾਰ ਟਰਮਾਂ ਦੇ ਵਿੱਚ ਜਿਹੜਾ ਅੰਤਰ ਹੁੰਦਾ ਹੈ KP ਦੇ ਵਿੱਚ ਉਹ ਬਰਾਬਰ ਹੁੰਦਾ ਹੈ, ਚਾਹੇ ਤਾਂ ਉਹ ਪਹਿਲੀ ਤੇ ਦੂਜੀ ਟਰਮ ਦਾ ਅੰਤਰ ਹੋਵੇ, ਚਾਹੇ ਉਹ ਦੂਸਰੀ ਤੇ ਤੀਸਰੀ ਟਰਮ ਦਾ ਅੰਤਰ ਹੋਵੇ, ਇਹ ਦੋਨੋਂ ਅੰਤਰ ਕੀ ਹੋਣਗੇ, ਬਰਾਬਰ ਹੋਣਗੇ। ਇੱਥੋਂ ਅਸੀਂ Q ਦੀ ਵੈਲਿਊ ਕੱਢ ਲਾਂਗੇ। ਦੇਖੋ ਪਹਿਲਾਂ Q + 3, ਇਸ ਦੇ ਵਿੱਚੋਂ ਮਾਈਨਸ ਹੋ ਗਿਆ Q, ਤੇ ਮਾਈਨਸ ਦਾ ਜਿਹੜਾ 1 ਆ ਉਹ ਕੀ ਹੋ ਜਾਊਗਾ +1, ਬਰਾਬਰ 3Q - 1 ਇਹ ਸੀਗਾ ਸਾਡੇ ਕੋਲੇ, ਤੇ ਫਿਰ ਮਾਈਨਸ ਆ Q ਮਾਈਨਸ ਦਾ ਹੋ ਜਾਊਗਾ, 3 ਵੀ ਮਾਈਨਸ ਦਾ ਹੋ ਜਾਊਗਾ ਕਿਉਂਕਿ ਬ੍ਰੈਕਟ ਦੇ ਅੱਗੇ ਕੀ ਹੈ, ਮਾਈਨਸ ਹੈ। ਹੁਣ ਕੈਂਸਲ ਕਰ ਦਿਓ। ਦੇਖੋ Q ਨਾਲ Q ਕੀ ਹੋ ਗਿਆ, ਆਹ ਕੈਂਸਲ, ਇੱਕ ਪਲੱਸ ਦਾ ਸੀ ਇੱਕ ਮਾਈਨਸ ਦਾ ਸੀ, 3 ਤੇ 1 ਆ ਗਿਆ 4, ਬਰਾਬਰ ਹੈ 3Q ਚੋਂ 1Q ਘਟਾਵਾਂਗੇ, ਇਹ ਸਾਡੇ ਕੋਲ ਆ ਗਿਆ 2Q, ਠੀਕ ਹੈ। -1 ਤੇ -3 ਇਹ ਕਿੰਨਾ ਹੋ ਗਿਆ, -4। ਹੁਣ ਕੀ ਕਰੋ, ਆ ਮਾਈਨਸ ਦਾ 4 ਹੈ ਇੱਧਰ ਲਿਆਓ, ਇੱਧਰ ਆ ਕੇ ਕਾਹਦਾ ਹੋ ਜਾਊਗਾ, ਇਹ ਪਲੱਸ ਦਾ, ਤਾਂ ਉਧਰ ਕਾਹਦੀ ਵੈਲਿਊ ਰਹਿ ਗਈ, 2Q ਦੀ। ਇਹ ਆ ਗਿਆ 8 ਬਰਾਬਰ ਕਿੰਨਾ ਆ ਗਿਆ, 2Q, ਔਰ ਜਿਹੜਾ ਇਹ 2 ਹੈ ਇਹ ਬਟੇ 'ਚ ਆ ਜਾਊਗਾ, 8/2 ਕਾਹਦੇ ਬਰਾਬਰ ਆ ਗਿਆ, Q ਦੇ, ਤਾਂ ਕੱਟ ਕੇ ਉਹੀ 4, ਤਾਂ 4 ਕਾਹਦੇ ਬਰਾਬਰ ਹੈ, Q ਦੇ, ਤਾਂ ਉਹੀ Q ਦੀ ਵੈਲਿਊ ਫੇਰ ਕਿੰਨੀ ਆ ਗਈ, 4 ਆ ਗਈ। ਇੱਕ ਤਰੀਕਾ ਇਹ ਸੀ ਜੇ ਅਸੀਂ ਸੋਲਵ ਕਰਦੇ ਹਾਂ ਵੀ ਸੈਕੰਡ ਟਰਮ 'ਚੋਂ ਫਸਟ ਟਰਮ ਘਟਾਈ ਔਰ ਥਰਡ ਟਰਮ 'ਚੋਂ ਸੈਕੰਡ ਟਰਮ ਘਟਾਈ, ਦੋਨਾਂ ਦਾ ਅੰਤਰ ਕੀ ਰੱਖਤਾ ਅਸੀਂ, ਬਰਾਬਰ ਰੱਖਤਾ। ਕਿਉਂ? ਕਿਉਂਕਿ ਦੂਸਰੀ 'ਚੋਂ ਪਹਿਲੀ ਟਰਮ ਘਟਾਉਣੇ ਆ ਉਹ ਵੀ ਸਾਡਾ D ਹੁੰਦਾ ਹੈ, ਔਰ ਤੀਸਰੀ 'ਚੋਂ ਦੂਸਰੀ ਟਰਮ ਘਟਾਉਣੇ ਆ ਇਹ ਵੀ ਸਾਡਾ ਕੀ ਹੁੰਦਾ ਹੈ, D ਹੁੰਦਾ ਹੈ। ਤਾਂ ਇਸ ਮੈਥਡ ਦੇ ਨਾਲ ਅਸੀਂ ਇਸ ਕੁਐਸਚਨ ਨੂੰ ਸੋਲਵ ਕੀਤਾ, ਤਾਂ ਇਹ ਵੀ ਸਾਡਾ ਕੀ ਹੈ, ਰਾਈਟ ਆਨਸਰ ਹੈ। ਠੀਕ ਹੈ, ਕਿਸੇ ਮਰਜ਼ੀ ਤਰੀਕੇ ਨਾਲ ਬੇਟਾ ਕਰ ਸਕਦੇ ਹੋ, ਸਮਝਣ ਦੀ ਗੱਲ ਹੈ। ਅੱਗੇ ਚੱਲਦੇ ਹਾਂ, ਨੈਕਸਟ ਕੁਐਸਚਨ ਦੇਖੋ, 7th ਕੁਐਸਚਨ। ਜੇਕਰ ਤ੍ਰਿਭੁਜਾਂ ABC DEF ਵਿੱਚ AB ਬਟਾ ਦੇਖੋ DE, AB ਦੇ ਬਟਾ ਕਿਹੜੀ ਭੁਜਾ ਲਾਈ ਹੋਈ ਹੈ, DE ਲਾਈ ਹੋਈ ਹੈ, ਠੀਕ ਹੈ, ਬਰਾਬਰ ਹੈ BC ਬਟਾ, BC ਦੇ ਬਟਾ ਕਿਹੜੀ ਭੁਜਾ ਲਗਾਈ ਹੋਈ ਹੈ, FD ਆਹ ਵਾਲੀ। ਯਾਨੀ ਪਹਿਲੀ ਤ੍ਰਿਭੁਜ ਦੀਆਂ ਭੁਜਾਵਾਂ ਕਿਹੜੀਆਂ ਕਿਹੜੀਆਂ ਲਈਆਂ ਗਈਆਂ, AB ਔਰ BC, ਦੂਸਰੀ ਤ੍ਰਿਭੁਜ ਦੀਆਂ ਕਿਹੜੀਆਂ ਭੁਜਾਵਾਂ ਲਈਆਂ ਗਈਆਂ, DE ਔਰ DF। ਤਾਂ ਇਹ ਸਮਰੂਪ ਤ੍ਰਿਭੁਜ ਹੋਣਗੇ ਕਦੋਂ, ਜਦੋਂ ਪਹਿਲਾ ਆਪਸ਼ਨ ਦਿੱਤਾ ਹੋਇਆ ਸਾਨੂੰ, ਸੈਕੰਡ ਆਪਸ਼ਨ ਇਹ ਦਿੱਤਾ ਹੋਇਆ, ਥਰਡ ਇਹ ਦਿੱਤਾ ਹੋਇਆ, ਫੋਰਥ ਇਹ ਦਿੱਤਾ ਹੈ। 2 ਟ੍ਰਾਇੰਗਲ ਸਮਰੂਪ ਉਦੋਂ ਹੁੰਦੇ ਆ ਜੇ 2 ਭੁਜਾਵਾਂ ਦਾ ਅਨੁਪਾਤ ਬੇਟਾ ਬਰਾਬਰ ਹੈ, ਜਿਹੜਾ ਕੋਣ ਹੈ ਉਹਨਾਂ ਦੋਨਾਂ ਭੁਜਾਵਾਂ ਦੇ ਵਿਚਕਾਰਲਾ ਲੈਣਾ ਹੁੰਦਾ। ਪਹਿਲੀ ਤ੍ਰਿਭੁਜ ਦੇ ਵਿੱਚ ਜਿਹੜੀਆਂ 2 ਭੁਜਾਵਾਂ ਲਈਆਂ ਗਈਆਂ ਉਹਨਾਂ ਦੇ ਵਿਚਕਾਰਲਾ ਕੋਣ ਕਿਹੜਾ, ਦੇਖੋ B ਬਣ ਰਿਹਾ। ਦੂਸਰੀ ਟ੍ਰਾਇੰਗਲ ਦੇ ਵਿੱਚ ਕਿਹੜਾ ਕੋਣ ਬਣ ਰਿਹਾ, ਦੋਨਾਂ ਦੇ ਵਿਚਕਾਰ D ਬਣ ਰਿਹਾ। ਤਾਂ ਜਿਹੜਾ B ਕੋਣ ਹੈ ਉਸ ਨੂੰ D ਕੋਣ ਦੇ ਬਰਾਬਰ ਹੋਣਾ ਪਊਗਾ। SAS ਜਿਹੜਾ ਰੂਲ ਹੈ ਸਾਡਾ, ਭੁਜਾ ਕੋਣ ਭੁਜਾ ਨਿਯਮ ਹੈ ਜਿਹੜਾ, ਉਹ ਸਾਨੂੰ ਇਹ ਦੱਸਦਾ ਹੈ, ਸਮਰੂਪਤਾ ਨਿਯਮ ਹੈ ਜਿਹੜਾ ਇਹ, ਵੀ ਜੇ 2 ਭੁਜਾਵਾਂ ਦਾ ਅਸੀਂ ਅਨੁਪਾਤ ਲੈਂਦੇ ਹਾਂ ਤਾਂ ਜਿਹੜਾ ਕੋਣ ਹੈ ਉਹਨਾਂ ਦੋਨਾਂ ਭੁਜਾਵਾਂ ਦੇ ਕੀ ਹੋਣਾ ਚਾਹੀਦਾ ਹੈ, ਵਿਚਕਾਰਲਾ ਹੋਣਾ ਚਾਹੀਦਾ ਹੈ, ਤਾਂ ਹੀ ਉਹ ਦੋਨੋਂ ਤ੍ਰਿਭੁਜਾਂ ਕੀ ਹੋਣਗੀਆਂ, ਸਮਰੂਪ ਹੋਣਗੀਆਂ। ਤਾਂ ਹੁਣ ਇੱਥੇ ਜਿਹੜੀਆਂ ਭੁਜਾਵਾਂ ਲਈਆਂ ਗਈਆਂ ਪਹਿਲੀ ਟ੍ਰਾਇੰਗਲ ਦੀਆਂ ਔਰ ਦੂਸਰੀ ਟ੍ਰਾਇੰਗਲ ਦੀਆਂ, ਉਹਨਾਂ ਦੇ ਜਿਹੜੇ ਵਿਚਕਾਰਲੇ ਕੋਣ B ਤੇ D ਬਣਦੇ ਸੀ। ਤਾਂ ਇਸ ਕਰਕੇ ਜਿਹੜਾ ਸਾਡੇ ਕੋਲੇ ਥਰਡ ਆਪਸ਼ਨ ਹੈ ਉਹ ਸਾਡਾ ਕੀ ਹੈਗਾ, ਰਾਈਟ ਆਨਸਰ ਹੈ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਤੇ, ਦੇਖੋ ਇਹਨੂੰ ਨੋਟ ਕਰ ਲਓ ਬੇਟਾ। ਅੱਗੇ ਹੈ, ਜੇਕਰ ਤ੍ਰਿਭੁਜਾਂ ABC ਅਤੇ DEF ਦੋਨੋਂ ਟ੍ਰਾਇੰਗਲ 'ਚ ਕੀ ਹੈ, ਸਮਰੂਪ ਹੈ, ਕੋਣ B ਸਾਨੂੰ ਦਿੱਤਾ ਹੋਇਆ ਦੇਖੋ 37 ਡਿਗਰੀ ਦਾ ਕੋਣ B। ਦੇਖੋ 2 ਤ੍ਰਿਭੁਜਾਂ ਜਦੋਂ ਸਮਰੂਪ ਹੋ ਗਈਆਂ, ਉਹਨਾਂ ਨੇ ਕਿਹਾ ਸੀ ABC ਤ੍ਰਿਭੁਜ DEF ਦੇ ਸਮਰੂਪ ਹੈ, ਤਾਂ ਦੇਖੋ A ਕੋਣ ਹੈ ਜਿਹੜਾ D ਕੋਣ ਦੇ ਬਰਾਬਰ ਹੋਊਗਾ, ਔਰ ਜਿਹੜਾ B ਕੋਣ ਹੈ ਦੇਖੋ B ਕੋਣ, ਆਪਾਂ ਡਬਲ ਨੋਟੇਸ਼ਨ ਦੇ ਦਿੰਦੇ ਹਾਂ ਇਹਨੂੰ, ਪਤਾ ਚੱਲ ਜਾਏਗਾ ਤੁਹਾਨੂੰ, ਉਹ ਕਿਸ ਦੇ ਬਰਾਬਰ ਹੋਊਗਾ, E ਦੇ। ਜੇ ਅਸੀਂ C ਕੋਣ ਦੀ ਗੱਲ ਕਰੀਏ ਤਾਂ C ਕੋਣ ਕਿਸ ਦੇ ਬਰਾਬਰ ਹੋਊਗਾ, F ਕੋਣ ਦੇ। ਠੀਕ ਹੈ, ਕਿਉਂ? ਕਿਉਂਕਿ ਜਿਹੜੀ ABC ਟ੍ਰਾਇੰਗਲ ਸੀਗੀ, ਟ੍ਰਾਇੰਗਲ ABC, ਉਹ ਸਿਮੀਲਰ ਸੀ, ਸਮਰੂਪ ਸੀ ਕਿਸ ਟ੍ਰਾਇੰਗਲ ਦੇ, DEF ਦੇ। ਇਹ ਸਾਨੂੰ ਦਿੱਤਾ ਹੋਇਆ ਕੁਐਸਚਨ ਦੇ ਵਿੱਚ। ਠੀਕ ਹੈ, ਤਾਂ ਇੱਥੋਂ ਇਹ ਰਿਜ਼ਲਟ ਆ ਗਿਆ। ਹੁਣ ਦੇਖੋ B ਕੋਣ ਸਾਨੂੰ 37 ਡਿਗਰੀ ਦਿੱਤਾ ਹੋਇਆ, ਠੀਕ ਹੈ, ਔਰ F ਕੋਣ ਸਾਨੂੰ ਦਿੱਤਾ ਹੋਇਆ 93 ਡਿਗਰੀ। ਸਾਨੂੰ ਪੁੱਛਿਆ ਕਿਹੜਾ ਉਹ ਕੋਣ ਹੈ, A ਕੋਣ। ਹੁਣ ਦੇਖੋ ਸਾਨੂੰ ਪਤਾ ਹੈ C ਤੇ F ਕੋਣ ਆਪਸ ਦੇ ਵਿੱਚ ਬਰਾਬਰ ਹੈ, C ਤੇ F ਕੋਣ ਕੀ ਆਪਸ ਦੇ ਵਿੱਚ ਬਰਾਬਰ। ਜੇ F ਕੋਣ 93 ਡਿਗਰੀ ਹੈ ਤਾਂ ਓਬਵੀਅਸਲੀ C ਕੋਣ ਵੀ ਕਿੰਨਾ ਹੋਊਗਾ, 93 ਡਿਗਰੀ ਹੀ ਹੋਵੇਗਾ।
ਹੁਣ ਕਿਸੇ ਟ੍ਰਾਇੰਗਲ ਦੇ ਵਿੱਚ ਤਿੰਨ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਜੇ ਪਹਿਲੀ ਟ੍ਰਾਇੰਗਲ ਦੀ ਅਸੀਂ ਗੱਲ ਕਰੀਏ, ਆਹ ਵਾਲੀ ਟ੍ਰਾਇੰਗਲ ਦੀ, ਇਹਦੇ ਵਿੱਚ ਦੋ ਕੋਣ ਸਾਨੂੰ ਪਤਾ, ਇੱਕ 37 ਡਿਗਰੀ ਆ, ਇੱਕ 93 ਡਿਗਰੀ ਹੈ। ਜੇ ਅਸੀਂ ਕੋਣ A ਤੀਸਰਾ ਕੋਣ ਕੱਢਣਾ ਹੋਵੇ ਤਾਂ ਕੀ ਕਰਾਂਗੇ, 180 ਡਿਗਰੀ ਦੇ ਵਿੱਚੋਂ ਦੋਨੋਂ ਕੋਣ 37 ਡਿਗਰੀ ਔਰ 93 ਡਿਗਰੀ, ਇਹਨੂੰ ਕੀ ਕਰ ਦਾਂਗੇ ਅਸੀਂ ਮਾਈਨਸ ਕਰ ਦਾਂਗੇ। ਜਦੋਂ ਅਸੀਂ 180 ਦੇ ਵਿੱਚੋਂ 37 ਤੇ 93 ਘਟਾਏ, ਯਾਨੀ ਕਿੰਨਾ ਬਣ ਗਿਆ ਸਾਰਾ 130 ਡਿਗਰੀ ਬਣ ਗਿਆ। 180 ਚੋਂ ਜਦੋਂ ਅਸੀਂ 130 ਡਿਗਰੀ ਘਟਾਇਆ ਤਾਂ ਸਾਡੇ ਕੋਲੇ ਕਿੰਨਾ ਆ ਗਿਆ, 50 ਡਿਗਰੀ ਸਾਡਾ ਕੀ ਆ ਗਿਆ, ਰਾਈਟ ਆਨਸਰ। ਤਾਂ ਇਹ ਕੋਣ ਸਾਨੂੰ ਪੁੱਛਿਆ ਹੋਇਆ ਸੀ ਤਾਂ ਉਹ ਕਿੰਨਾ ਆ ਗਿਆ, 50 ਡਿਗਰੀ। ਪਹਿਲਾ ਆਪਸ਼ਨ ਸਾਡਾ ਰਾਈਟ ਆਨਸਰ। ਅੱਗੇ ਚੱਲਦੇ ਹਾਂ ਬੇਟਾ, ਨੈਕਸਟ ਕੁਐਸਚਨ ਦੇਖੋ। 9th ਕੁਐਸਚਨ ਹੈ, ਅੰਕ ਗਣਿਤਕ ਲੜੀ ਸਾਨੂੰ ਦਿੱਤੀ ਹੋਈ ਹੈ। ਪਹਿਲਾ ਪਦ ਜਿਹੜਾ ਹੁੰਦਾ ਹੈਗਾ, ਦੇਖੋ ਪਹਿਲਾ ਪਦ ਕਿੰਨਾ ਇਹ ਕਿੰਨਾ ਸਾਡੇ ਕੋਲੇ 2। ਜੇ ਅਸੀਂ ਡੀ ਕੱਢਣਾ ਹੋਵੇ, ਅੰਤਰ ਕੱਢਣਾ ਹੋਵੇ ਤਾਂ ਕਿਵੇਂ ਕੱਢਾਂਗੇ, ਦੂਸਰੇ ਪਦ ਦੇ ਵਿੱਚੋਂ ਪਹਿਲਾ ਪਦ ਘਟਾ ਦਾਂਗੇ। ਦੂਸਰਾ ਕਿੰਨਾ ਸੀ, 7 ਸੀਗਾ, ਦੇਖੋ ਇੱਥੇ ਨਿਗਾਹ ਮਾਰੋ, 7 ਚੋਂ 2 ਘਟਾਇਆ, ਅੰਤਰ ਕਿੰਨਾ ਆ ਗਿਆ 5। ਹੁਣ ਸਾਨੂੰ ਪੁੱਛਿਆ ਹੋਇਆ 10ਵਾਂ ਪਦ ਪਤਾ ਕਰੋ। 10ਵਾਂ ਪਦ ਤਾਂ ਉਹ ਕਿੰਨਾ ਹੋਊਗਾ, A + 9D। ਜਿੰਨਵਾਂ ਪਦ ਸਾਨੂੰ ਪੁੱਛਿਆ ਹੁੰਦਾ D ਉਸ ਤੋਂ ਇੱਕ ਘੱਟ ਹੁੰਦਾ, ਕਿਉਂਕਿ ਸਾਡਾ ਫਾਰਮੂਲਾ ਕੀ ਹੁੰਦਾ ਹੈ, ਫਾਰਮੂਲਾ ਸਾਡਾ ਹੁੰਦਾ AN ਬਰਾਬਰ ਕੀ ਹੈ, A + n - 1D। ਤਾਂ ਇਹ ਫਾਰਮੂਲਾ ਮੈਂ ਯੂਜ ਕੀਤਾ। n ਕਿੰਨਾ ਸੀਗਾ ਮੇਰੇ ਕੋਲ 10 ਸੀ, ਮੈਂ 10ਵਾਂ ਪਦ ਪਤਾ ਕਰਨਾ। ਤਾਂ ਹੁਣ ਇੱਥੇ A ਦੀ ਵੈਲੂ ਪੁੱਟ ਕਰ ਦਾਂਗੇ। A ਦੀ ਵੈਲੂ ਭਰਤੀ 2 ਔਰ D ਅਸੀਂ ਕੱਢਿਆ ਹੋਇਆ, D ਦੀ ਵੈਲੂ ਕਿੰਨੀ ਭਰਤੀ 5। ਤਾਂ ਇਹ ਆ ਗਿਆ 2 + 9 × 5 = 45, 45 ਤੇ 2 ਕਿੰਨੇ ਬਣ ਗਏ 47। ਤਾਂ ਇਹ ਸਾਡਾ ਕੀ ਹੈ, ਰਾਈਟ ਆਨਸਰ ਹੈ। ਦੇਖੋ ਥਰਡ ਆਪਸ਼ਨ ਰਾਈਟ ਆਨਸਰ। ਅੱਗੇ ਸਾਰੇ ਵਰਗ ਡੈਸ਼ ਹੁੰਦੇ ਹਨ ਤਾਂ ਸਮਰੂਪ ਹੁੰਦੇ ਆ, ਸਾਰੇ ਚੱਕਰ ਵੀ ਸਮਰੂਪ ਹੁੰਦੇ ਆ। ਇਸ ਤਰ੍ਹਾਂ ਦਾ ਜੇ ਤੁਹਾਨੂੰ ਕੁਐਸਚਨ ਮਿਲਦਾ ਹੈ, ਸਾਰੇ ਵਰਗ ਸਮਰੂਪ ਹੁੰਦੇ ਆ, ਸਾਰੇ ਚੱਕਰ ਸਮਰੂਪ ਹੁੰਦੇ ਆ ਔਰ ਸਾਰੀਆਂ ਸਮਭੁਜੀ ਤ੍ਰਿਭੁਜਾਂ ਉਹ ਵੀ ਕੀ ਹੁੰਦੀਆਂ, ਸਮਰੂਪ ਹੁੰਦੀਆਂ। ਤਾਂ ਇਸ ਤਰ੍ਹਾਂ ਦਾ ਜੇ ਤੁਹਾਨੂੰ ਕੁਐਸਚਨ ਮਿਲਦਾ ਬੇਟੇ ਤਾਂ ਇਹ ਤੇ ਟਿਕ ਕਰਕੇ ਆਉਣਾ, ਠੀਕ ਹੈ। ਚਲੋ ਅੱਗੇ ਚੱਲਦੇ ਹਾਂ। ਨੈਕਸਟ ਕੁਐਸਚਨ ਦੇਖੋ, ਹੇਠਾਂ ਲਿਖਿਆਂ ਵਿੱਚੋਂ ਕਿਹੜੀ ਦੋ ਘਾਤੀ ਸਮੀਕਰਨ ਹੈ, ਨਹੀਂ ਹੈ, ਸੌਰੀ, ਹੇਠ ਲਿਖਿਆਂ ਵਿੱਚੋਂ ਕਿਹੜੀ ਦੋ ਘਾਤੀ ਸਮੀਕਰਨ ਨਹੀਂ ਹੈ ਦੱਸਣਾ। ਪਹਿਲਾ ਆਪਸ਼ਨ ਸਾਡੇ ਕੋਲ ਜੇ ਥਰਡ ਆਪਸ਼ਨ ਹੈ ਨਾ, ਇਹਨੂੰ ਜੇ ਅਸੀਂ ਚੈੱਕ ਕਰੀਏ ਬੇਟਾ, ਦੇਖੋ ਥਰਡ ਆਪਸ਼ਨ ਨੂੰ ਮੈਂ ਆਪਾਂ ਚੈੱਕ ਕਰਦੇ ਹਾਂ। ਥਰਡ ਆਪਸ਼ਨ ਦੇ ਵਿੱਚ ਕੀ ਸੀਗਾ, ਉਹਨੂੰ ਸੋਲਵ ਕਰਦੇ ਹਾਂ। ਪਹਿਲਾ ਸਾਡੇ ਕੋਲ ਸੀਗਾ x² + 3x + 1 ਬਰਾਬਰ ਕਿੰਨਾ ਹੈਗਾ, x - 2 ਦਾ ਸਕੇਅਰ। ਜੇ ਹੁਣ ਅਸੀਂ x - 2 ਦਾ ਸਕੇਅਰ ਖੋਲਦੇ ਹਾਂ ਤਾਂ ਸਾਡੇ ਕੋਲ ਕੀ ਆ ਗਿਆ, x² + 3x + 1। ਇਹ ਤਾਂ ਐਜ ਇਟ ਇਜ਼ ਰਹਿ ਗਿਆ। ਇੱਧਰ ਆਪਾਂ ਸਕੇਅਰ ਖੋਲ ਦਿੰਦੇ ਹਾਂ, ਇਹ ਸਾਡੇ ਕੋਲ ਆਊਗਾ x ਦਾ ਸਕੇਅਰ ਪਹਿਲਾਂ, ਫਿਰ 2 ਦਾ ਸਕੇਅਰ, ਫਿਰ -2 ਗੁਣਾ ਪਹਿਲੀ ਟਰਮ ਗੁਣਾ ਦੂਸਰੀ ਟਰਮ। ਇਹ ਫਾਰਮੂਲਾ ਹੁੰਦਾ ਸਾਡਾ। ਤਾਂ ਦੇਖੋ ਇਸ ਕੁਐਸਚਨ ਦੇ ਵਿੱਚ ਕੀ ਸੀਗਾ, x² ਇੱਧਰ ਪਲੱਸ ਦਾ ਹੈ, ਇੱਧਰ ਵੀ ਪਲੱਸ ਦਾ, ਕੱਟੇ ਜਾਣਗੇ ਕਿਉਂਕਿ ਇੱਧਰਲੀ ਸਾਈਡ ਆ ਕੇ ਉਹ x² ਮਾਈਨਸ ਦਾ ਹੋ ਜਾਊਗਾ। ਜਾਂ ਆਪਾਂ ਇਸ ਤਰੀਕੇ ਨਾਲ ਵੀ ਲਿਖ ਸਕਦੇ ਸੀਗੇ ਇਹਨੂੰ, ਜੇ ਅਸੀਂ ਉਹ ਸਾਰੀ ਟਰਮ ਨੂੰ ਇੱਧਰ ਲਿਆਈਏ, ਇੱਧਰ ਜਿਹੜੀ ਟਰਮ x² ਵਾਲੀ ਇਹਨੂੰ ਮੈਂ ਇੱਧਰ ਲਿਆਵਾਂ, ਇੱਧਰ ਆ ਕੇ ਕਾਹਦਾ ਹੋ ਗਿਆ, ਮਾਈਨਸ ਦਾ। ਉਧਰ ਕੀ ਰਹਿ ਗਿਆ, 2² ਕਿੰਨਾ ਹੋ ਗਿਆ 4 - 4x, ਉਧਰ ਇਹ ਬਚ ਗਿਆ, ਠੀਕ ਹੈ। x² ਨਾਲ x² ਕੈਂਸਲ ਹੋ ਗਿਆ, ਇੱਕ ਪਲੱਸ ਹੈ ਇੱਕ ਮਾਈਨਸ। ਤਾਂ ਇੱਥੇ ਜਿਹੜੀਆਂ ਬੇਟਾ ਟਰਮਾਂ ਬਚ ਗਈਆਂ, ਦੇਖੋ ਤੁਸੀਂ ਧਿਆਨ ਨਾਲ, ਜਿੰਨੀਆਂ ਵੀ ਟਰਮਾਂ ਇੱਥੇ ਬਚ ਗਈਆਂ ਸਾਰਿਆਂ ਦੇ ਵਿੱਚ x ਦੀ ਪਾਵਰ ਦੇਖੋ, ਕਿਸੇ ਦੇ ਵਿੱਚ 1 ਹੈ, ਕਿਸੇ 'ਚ x ਹੈ ਹੀ ਨਹੀਂ, ਯਾਨੀ x ਦੀ ਪਾਵਰ 2 ਨਹੀਂ ਹੈਗਾ। ਦੋ ਘਾਤੀ ਸਮੀਕਰਨ ਦੇ ਵਿੱਚ x ਦੀ ਪਾਵਰ ਕਿੰਨੀ ਹੁੰਦੀ ਹੈ, 2 ਹੁੰਦੀ ਹੈ। ਜਿਹੜੀ ਸਾਡੇ ਕੋਲ ਸਮੀਕਰਨ ਸੋਲਵ ਕਰਕੇ ਬਚ ਗਈ, ਇਹਦੇ ਵਿੱਚ x ਦੀ ਘਾਤ 2 ਨਹੀਂ ਹੈਗੀ, ਇਸ ਕਰਕੇ ਇਹ ਜਿਹੜੀ ਸਮੀਕਰਨ ਹੈ ਇਹ ਦੋ ਘਾਤੀ ਨਹੀਂ ਹੈ। ਇਹ ਜਿਹੜੀ ਇਕੁਏਸ਼ਨ ਹੈ ਉਹ ਕੁਆਡਰੇਟਿਕ ਨਹੀਂ ਹੈਗੀ। ਤਾਂ ਇਹਦਾ ਜਿਹੜਾ ਥਰਡ ਆਪਸ਼ਨ ਸੀ ਉਹ ਕੀ ਸੀਗਾ, ਰਾਈਟ ਆਨਸਰ ਸੀਗਾ। ਤੇ ਇਹਦਾ ਸਕਰੀਨਸ਼ਾਟ ਬੇਟਾ ਲੈ ਲਓ। ਤਾਂ ਇਹ ਇਹਦਾ ਰਾਈਟ ਆਨਸਰ ਹੈ। ਬਾਕੀ ਸਾਰਿਆਂ ਦੇ ਵਿੱਚ ਦੇਖੋ ਇੱਥੇ x² ਵਾਲੀ ਟਰਮ ਬਚੂਗੀ, ਇੱਥੇ x ਦੀ ਪਾਵਰ 3 ਆ ਗਿਆ। ਜਦੋਂ ਇੱਧਰੋਂ ਅਸੀਂ ਕਿਊਬ ਖੋਲਾਂਗੇ, ਸੈਕੰਡ ਆਪਸ਼ਨ ਦੀ ਗੱਲ ਕਰ ਰਿਹਾ ਮੈਂ, x ਦੀ ਪਾਵਰ ਦੇਖੋ ਇੱਥੇ 3 ਹੈ। ਜਦੋਂ x - 2 ਦਾ ਕਿਊਬ ਖੋਲਾਂਗੇ, ਜਿਹੜੀ x ਪਾਵਰ 3 ਵਾਲੀ ਟਰਮ ਹੈ ਉਹ ਕੱਟ ਜੂਗੀ, ਸਕੇਅਰ ਵਾਲੀ ਬਚ ਜੂਗੀ ਇੱਥੇ, ਠੀਕ ਹੈ। ਇਸ ਕਰਕੇ ਜਿਹੜਾ ਇਹ ਪਹਿਲਾ, ਦੂਸਰਾ ਔਰ ਚੌਥਾ ਇਹ ਤਿੰਨੋਂ ਕੁਆਡਰੇਟਿਕ ਸੀਗੀਆਂ, ਦੋ ਘਾਤੀ ਸਮੀਕਰਨ ਹੈ ਔਰ ਤੀਸਰੀ ਨਹੀਂ ਹੈਗੀ। ਤਾਂ ਇਹਦਾ ਰਾਈਟ ਆਨਸਰ ਸੀ। ਅੱਗੇ ਚੱਲਦੇ ਹਾਂ। ਨੈਕਸਟ ਕੁਐਸਚਨ ਦੇਖੋ ਬੇਟਾ, 12ਵਾਂ ਕੁਐਸਚਨ, ਕਿਸੇ ਗੇਂਦਬਾਜ਼ ਦੁਆਰਾ 10 ਕ੍ਰਿਕਟ ਮੈਚਾਂ ਵਿੱਚ ਲਈਆਂ ਗਈਆਂ ਵਿਕਟਾਂ ਹੇਠ ਲਿਖੇ ਅਨੁਸਾਰ ਹਨ। ਦੇਖੋ 10 ਕ੍ਰਿਕਟ ਮੈਚ ਸੀ ਸਾਰੇ, ਉਹਨਾਂ ਦੇ ਵਿੱਚ ਜਿਹੜੀ ਵਿਕਟਾਂ ਲਈਆਂ ਗਈਆਂ ਕਿਸੇ ਗੇਂਦਬਾਜ਼ ਦੁਆਰਾ ਉਹ ਦਿੱਤੀਆਂ ਹੋਈਆਂ। ਇਹਨਾਂ ਦਾ ਬੌਲਕ ਪਤਾ ਕਰੋ, ਮੋਡ ਅਸੀਂ ਫਾਈਂਡ ਆਊਟ ਕਰਨਾ। ਤਾਂ ਜਦੋਂ ਇੰਡੀਵਿਜੂਅਲ ਸੀਰੀਜ਼ ਦਿੱਤੀ ਹੁੰਦੀ ਹੈ, ਵਿਅਕਤੀਗਤ ਸ਼੍ਰੰਖਲਾ ਹੈ ਸਾਡੇ ਕੋਲ, ਇਹ ਇੱਕ ਕੱਲਾ ਯਾਨੀ ਮੈਚ ਦਾ ਡਾਟਾ ਸਾਨੂੰ ਦਿੱਤਾ ਹੋਇਆ, ਤਾਂ ਜਿਹੜਾ ਜ਼ਿਆਦਾ ਵਾਰ ਹੁੰਦਾ ਉਹ ਹੀ ਕੀ ਹੁੰਦਾ, ਬੌਲਕ ਹੁੰਦਾ। ਤਾਂ ਤੁਸੀਂ ਧਿਆਨ ਨਾਲ ਦੇਖੋਗੇ ਜਿਹੜਾ 2 ਹੈ ਉਹ ਸਭ ਤੋਂ ਜ਼ਿਆਦਾ ਵਾਰ, ਦੇਖੋ ਇੱਥੇ 1 ਵਾਰ,
फिर 2 वार, फिर 3 वार। तो 3 वार की हैगा वो आर हैगा। इस करके ਜਿਹੜਾ ਇਹਦਾ ਬੋਲਕ ਹੈ, ਇਹ ਸਾਰੀ ਲੜੀ ਦਾ ਜਿਹੜਾ ਬੋਲਕ ਹੈ ਉਹ ਕੀ ਹੈ 2 ਹੈ, ਕਿਉਂਕਿ 2 ਸਭ ਤੋਂ ਵੱਧ ਵਾਰ ਹੈ, ਜਿਹਦੀ ਬਾਰੰਬਾਰਤਾ ਸਭ ਤੋਂ ਜ਼ਿਆਦਾ ਹੈ ਉਹੀ ਕੀ ਹੁੰਦਾ ਹੈ ਬੋਲਕ ਹੁੰਦਾ। ਤਾਂ ਸੈਕੰਡ ਆਪਸ਼ਨ ਸਾਡਾ ਕੀ ਹੈਗਾ ਰਾਈਟ ਆਨਸਰ ਹੈ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਤੇ। 13th ਕੁਐਸਚਨ ਦੇਖੋ ਕੀ ਆ, ਰੇਖਿਕ ਸਮੀਕਰਨਾਂ ਦੇ ਜੋੜੇ 2 ਦਿੱਤੇ ਹੋਏ ਸਾਨੂੰ, 2 ਸਮੀਕਰਨਾਂ ਦਿੱਤੀਆਂ ਹੋਈਆਂ, ਉਹਨਾਂ ਦਾ ਹੱਲ ਸਾਨੂੰ ਪੁੱਛਿਆ ਹੋਇਆ। ਤਾਂ ਪਹਿਲਾਂ ਦੇਖੋ ਜਿਹੜੀ ਸਮੀਕਰਨ ਆ ਉਹਨਾਂ ਨੂੰ ਪਹਿਲਾਂ ਦੁਬਾਰਾ ਲਿਖ ਰਹੇ ਹਾਂ ਇੱਕ ਵਾਰ। x + 2y + 5 = 0, ਜਾਣੀ ਇਹਨੂੰ 1x ਵੀ ਲਿਖ ਸਕਦੇ ਹਾਂ ਅਸੀਂ। ਇਹ ਸਾਡੇ ਕੋਲ ਹੈਗਾ -3x - 6y, ਉਸ ਤੋਂ ਬਾਅਦ +1 = 0। ਪਹਿਲਾਂ ਅਸੀਂ ਜਿਹੜੇ x ਦੇ ਗੁਣਾਂਕ ਹੈ ਜਾਣੀ a1 / a2 ਹੈ ਉਹਨਾਂ ਨੂੰ ਵਟਾ ਕਰਦੇ ਹਾਂ। ਕਿੰਨਾ ਆ ਗਿਆ ਦੇਖੋ 1/-3, 1/-3। ਫਿਰ ਅਸੀਂ ਜਿਹੜਾ b1 / b2 ਹੈ ਜਾਣੀ y ਦੇ ਜਿਹੜੇ ਗੁਣਾਂਕ ਹੈ ਉਹਨਾਂ ਨੂੰ ਵਟੇ ਕਰਦੇ ਹਾਂ +2/- 6। ਜਿਹੜਾ ਨਿਸ਼ਾਨ ਹੈ ਬੇਟਾ ਸਾਈਨ ਹੈ ਉਹਨੂੰ ਨਾ ਛੱਡਿਆ ਕਰੋ, ਨਹੀਂ ਤਾਂ ਗਲਤੀ ਹੋ ਜਾਂਦੀ ਹੈ। ਕੱਟੋਗੇ ਦੇਖੋ 2 × 2, 2 × 6, ਇਹ ਵੀ ਕਿੰਨਾ ਆ ਗਿਆ -1/3 ਹੀ ਇਹ ਬਚ ਗਿਆ। ਪਹਿਲਾਂ ਵਾਲਾ ਵੀ ਕੀ ਸੀ -1/3 ਹੀ ਸੀ, ਠੀਕ ਹੈ। ਹੁਣ ਆ ਗਿਆ ਤੀਸਰਾ ਜਿਹੜਾ ਬਿਨਾਂ x ਵਾਲੇ ਜੇ ਅਸੀਂ ਉਹਨਾਂ ਨੂੰ ਡਿਵਾਈਡ ਕਰਦੇ ਹਾਂ c1 / c2 ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਆ ਗਿਆ 5/1। ਤਾਂ ਇੱਥੇ ਸਾਡੇ ਕੋਲੇ ਦੇਖੋ ਪਹਿਲੀ ਜਿਹੜੀ ਵੈਲਿਊ ਸੀ ਜਿਹਨੂੰ ਅਸੀਂ a1 / a2 ਕਹਿੰਦੇ ਹੁੰਦੇ ਆ ਉਹਨੂੰ ਸੋਲਵ ਕੀਤਾ। ਦੂਸਰੀ ਜਿਹੜੀ ਵੈਲਿਊ ਜਿਹਨੂੰ ਅਸੀਂ b1 / b2 ਕਹਿੰਦੇ ਹੁੰਦੇ ਆ ਉਹਨੂੰ ਸੋਲਵ ਕਰ ਲਿਆ। ਤੀਸਰੀ ਜਿਹੜੀ ਵੈਲਿਊ ਹੈ c1 / c2 ਉਸ ਨੂੰ ਵੀ ਅਸੀਂ ਸੋਲਵ ਕੀਤਾ। ਤਾਂ ਵੈਲਿਊ ਸਾਡੇ ਕੋਲੇ ਆ ਗਈਆਂ। ਜਦੋਂ ਪਹਿਲੇ 2 ਦੇਖੋ ਬਰਾਬਰ ਹੈ, ਤੀਸਰਾ ਬਰਾਬਰ ਨਹੀਂ ਹੈਗਾ, ਤਾਂ ਉਦੋਂ ਸਾਡੇ ਕੋਲੇ ਕੀ ਹੁੰਦਾ ਹੈਗਾ ਜਿਹੜਾ ਗ੍ਰਾਫ ਹੈ ਬੇਟਾ ਉਹ ਸਮਾਂਤਰ ਰੇਖਾਵਾਂ ਬਣਦਾ ਹੁੰਦਾ। ਕਿਹੜੀਆਂ ਰੇਖਾਵਾਂ? ਸਮਾਂਤਰ ਰੇਖਾਵਾਂ। ਤਾਂ ਉਦੋਂ ਸਾਡੇ ਕੋਲੇ ਜੇ ਸਾਨੂੰ ਸੋਲੂਸ਼ਨ ਪੁੱਛਿਆ ਜਾਂਦਾ ਹੈ ਤਾਂ ਕੋਈ ਹੱਲ ਨਹੀਂ, ਜਾਣੀ ਨੋ ਸੋਲੂਸ਼ਨ ਸਾਡਾ ਕੀ ਹੁੰਦਾ ਹੈ ਰਾਈਟ ਆਨਸਰ ਹੁੰਦਾ। ਤਾਂ ਦੇਖੋ ਇੱਥੇ ਨੋ ਸੋਲੂਸ਼ਨ ਕਿੱਥੇ ਹੈ, ਤੀਸਰੇ ਆਪਸ਼ਨ ਦੇ ਵਿੱਚ ਸਾਨੂੰ ਮਿਲ ਰਿਹਾ। ਤਾਂ ਇਹੀ ਸਾਡਾ ਰਾਈਟ ਆਨਸਰ ਹੈ। ਜੇ ਦੇਖੋ ਪਹਿਲੇ 2 ਬਰਾਬਰ ਆ ਜਾਣ, ਤੀਸਰਾ ਬਰਾਬਰ ਨਾ ਹੋਵੇ ਅਨੁਪਾਤ, ਤਾਂ ਸਾਡੇ ਕੋਲ ਜਿਹੜਾ ਸੋਲੂਸ਼ਨ ਹੁੰਦਾ ਉਹ ਕੀ ਹੁੰਦਾ ਨੋ ਸੋਲੂਸ਼ਨ। ਜੇ ਗ੍ਰਾਫ ਪੁੱਛਿਆ ਹੋਵੇ ਤਾਂ ਕੀ ਬਣਦਾ ਸਮਾਂਤਰ ਰੇਖਾਵਾਂ ਜਿਹੜੀਆਂ ਕਦੇ ਇੱਕ ਦੂਸਰੇ ਨੂੰ ਨਹੀਂ ਕੱਟਦੀਆਂ। ਤਾਂ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਤੇ। ਅੱਗੇ ਹੈਗਾ ਜੇਕਰ 2 ਘਾਤੀ ਸਮੀਕਰਨ ਸਾਨੂੰ ਦਿੱਤੀ ਹੋਈ ਹੈ ਦੇ ਮੂਲ ਭਿੰਨ ਹਨ, ਯਾਨੀ ਡਿਫਰੈਂਟ ਰੂਟ ਹੈਗੇ ਸਾਡੇ ਕੋਲੇ, ਤਾਂ ਡਿਸਟਿੰਕਟ ਰੂਟਸ ਦੇ ਲਈ ਦੇਖੋ ਤਾਂ ਸਾਨੂੰ ਪੁੱਛਿਆ ਹੋਏਗਾ v ਦੀ ਵੈਲਿਊ ਕੀ ਹੋਊਗੀ -3 ਤੇ 3 ਦੇ ਵਿਚਕਾਰ, -2 ਤੋਂ ਛੋਟਾ, 2 ਤੋਂ ਵੱਡਾ, ਫਿਰ 2 ਤੋਂ ਛੋਟਾ ਜਾਂ -2 ਤੋਂ ਵੱਡਾ। ਤਾਂ ਆਪਾਂ ਚੈੱਕ ਕਰ ਲੈਂਦੇ ਹਾਂ। ਪਹਿਲਾਂ ਆਪਾਂ ਦੇਖੋ ਬੇਟਾ ਇੱਧਰ ਸਪੇਸ ਬਣਾ ਲੈਂਦੇ, ਕੁਐਸਚਨ ਥੋੜਾ ਜਿਹਾ ਲੈਂਥੀ ਹੈ। ਆਪਾਂ ਪਹਿਲਾਂ ਇਕੁਏਸ਼ਨ ਲਿਖੀ, ਦੇਖੋ ਇਕੁਏਸ਼ਨ ਕੀ ਹੈ ਸਾਡੇ ਕੋਲ x² - bx + 1 = 0। d ਸਾਡੇ ਕੋਲ ਦੇਖੋ ਆ ਜਿਹੜਾ ਪਹਿਲੀ ਵੈਲਿਊ ਹੈ ਇਹ ਸਾਡੇ ਕੋਲ a ਦੀ ਵੈਲਿਊ ਹੈ, ਇਹ ਕਿੰਨਾ ਸਾਡੇ ਕੋਲ 1 ਹੈ। ਦੂਸਰੀ ਵੈਲਿਊ ਸਾਡੇ ਕੋਲ b ਹੁੰਦੀ ਹੈ, b ਇੱਥੇ ਵਿੱਚ ਹੀ ਆਨਸਰ ਦੇ ਦਿੱਤਾ ਹੋਇਆ ਸਾਨੂੰ, ਹੈ ਨਾ। ਤਾਂ ਆਪਾਂ ਕੁਐਸਚਨ ਦੇ ਵਿੱਚ ਹੀ b ਆ ਗਿਆ ਨਾ ਸਾਡੇ ਕੋਲ, ਤਾਂ ਆਪਾਂ ਚੇਂਜ ਕਰ ਲੈਣਾ, ਆਪਾਂ b ਲਿਖਦੇ ਨੇ ਉਹਨੂੰ ਕੈਪੀਟਲ V ਲਿਖ ਲੈਂਦੇ। ਕੈਪੀਟਲ V ਹੈ ਸਾਡੇ ਕੋਲ ਕਿੰਨਾ -v। ਤਾਂ ਇੱਥੇ ਵੀ ਆਪਾਂ ਚੇਂਜ ਕਰ ਲੈਂਦੇ ਹਾਂ ਥੋੜਾ ਜਿਹਾ। ਤਾਂ c ਦੀ ਵੈਲਿਊ ਕਿੰਨੀ ਹੈ 1। ਤਾਂ d ਦੀ ਜਿਹੜਾ ਸਾਡੇ ਕੋਲ ਵੈਲਿਊ ਹੁੰਦੀ ਹੈ d ਕੀ ਹੁੰਦਾ b² - 4ac। ਇੱਥੇ ਕੈਪੀਟਲ B ਲਿਖ ਲੈਂਦੇ ਆਪਾਂ, ਠੀਕ ਹੈ, ਚੇਂਜ ਕਰਨ ਦੇ ਲਈ। ਤਾਂ b ਦੀ ਵੈਲਿਊ ਕਿੰਨੀ ਹੈ -v ਹੈ, ਉਸ ਦਾ ਸਕੁਅਰ ਕੀਤਾ -4, a ਕਿੰਨਾ 1, c ਕਿੰਨਾ 1। ਤਾਂ ਇਹ ਆ ਗਿਆ ਸਾਡੇ ਕੋਲ b² - 4। ਇਹ ਸਾਡੇ ਕੋਲ d ਦੀ ਵੈਲਿਊ ਆ ਗਈ। ਜਦੋਂ ਸਾਡੇ ਕੋਲੇ ਮੂਲ ਭਿੰਨ ਹੁੰਦੇ ਆ, ਯਾਨੀ ਮੂਲ ਵਾਸਤਵਿਕ ਔਰ ਭਿੰਨ ਹੁੰਦੇ ਆ। ਦੇਖੋ ਵਾਸਤਵਿਕ ਮੂਲ ਕਦੋਂ ਹੁੰਦੇ ਆ? ਵਾਸਤਵਿਕ ਮੂਲ 2 ਕੇਸ ਹੁੰਦੇ ਆ ਵਾਸਤਵਿਕ ਮੂਲ ਦੇ ਲਈ, ਰੀਅਲ ਰੂਟਸ ਦੇ ਲਈ। ਜਾਂ ਤਾਂ d ਹੈ ਜਿਹੜਾ 0 ਦੇ ਬਰਾਬਰ ਹੁੰਦਾ ਹੈ, ਔਰ ਜਾਂ d 0 ਤੋਂ ਵੱਡਾ ਹੁੰਦਾ ਹੈ। ਜਦੋਂ d 0 ਤੋਂ ਵੱਡਾ ਹੁੰਦਾ ਮੂਲ ਭਿੰਨ ਹੋਣਗੇ, ਵਾਸਤਵਿਕ ਤਾਂ ਹੋਣਗੇ ਹੀ ਹੋਣਗੇ, ਮੂਲ ਕੀ ਹੋਣਗੇ ਭਿੰਨ ਹੋਣਗੇ, ਠੀਕ ਹੈ। ਜੇ d 0 ਦੇ ਬਰਾਬਰ ਹੈ ਤਾਂ ਮੂਲ ਕੀ ਹੁੰਦੇ ਆ ਸਮਾਨ ਹੁੰਦੇ, ਇੱਕ ਦੂਸਰੇ ਦੇ ਬਰਾਬਰ ਹੁੰਦੇ, ਦੋਨੋਂ ਵੈਲਿਊ ਸੇਮ ਆਉਂਦੀਆਂ। ਤਾਂ 2 ਕੇਸ ਹੁੰਦੇ ਸਾਡੇ ਕੋਲੇ ਵਾਸਤਵਿਕ ਮੂਲ ਦੇ ਲਈ। ਤਾਂ ਆਪਾਂ ਡਾਇਰੈਕਟ ਐਂ ਲਿਖ ਦਿੰਦੇ ਹੁੰਦੇ ਆ, ਇਕੱਠਾ ਉਹਨਾਂ ਨੂੰ ਵੱਡਾ ਹੈ ਜਾਂ ਬਰਾਬਰ ਹੈ 0 ਤੋਂ, ਆਪਾਂ ਇਹ ਲਿਖਦੇ ਹੁੰਦੇ ਆ। ਜੇ ਅਲੱਗ-ਅਲੱਗ ਕਰੀਏ ਤਾਂ 2 ਕੇਸ ਬਣ ਗਏ, ਜਾਂ ਤਾਂ d 0 ਦੇ ਬਰਾਬਰ ਹੋਊਗਾ ਜਾਂ d 0 ਤੋਂ ਵੱਡਾ ਹੋਊਗਾ। ਤਾਂ ਸਾਨੂੰ ਇਸ ਕੁਐਸਚਨ ਦੇ ਵਿੱਚ ਸਿਰਫ ਭਿੰਨ ਮੂਲਾਂ ਲਈ ਪੁੱਛਿਆ ਸੀ, ਤਾਂ ਅਸੀਂ d ਦੀ ਵੈਲਿਊ 0 ਤੋਂ ਕੀ ਰੱਖਾਂਗੇ
ਵੱਡੀ ਰੱਖਾਂਗੇ ਤਾਂ b ਸਕੁਅਰ ਮਾਈਨਸ 4 ਹੈ ਜਿਹੜਾ ਉਹ ਕਿਸ ਤੋਂ ਵੱਡਾ ਹੋਊਗਾ 0 ਤੋਂ। ਠੀਕ ਹੈ, ਅੱਗੇ ਚੱਲਦੇ ਹਾਂ। ਇੱਥੇ ਇਹਦੇ ਕੇਸ ਅਰਾਈਜ਼ ਹੋਣਗੇ ਪਰ ਆਪਾਂ ਕੇਸ ਅਰਾਈਜ਼ ਨਹੀਂ ਕਰਦੇ ਬੇਟਾ, ਉਹਦੇ ਨਾਲ ਤੁਸੀਂ ਉਲਝ ਜਾਓਗੇ। ਤੁਸੀਂ ਗੱਲ ਯਾਦ ਰੱਖਿਓ, ਮੈਂ ਤੁਹਾਨੂੰ 2 ਫਾਰਮੂਲੇ ਲਿਖਵਾ ਦੂੰਗਾ। ਇੱਥੇ ਹੁਣ ਸਾਡੇ ਕੋਲ ਆ ਗਿਆ b ਸਕੁਅਰ ਹੈ ਜਿਹੜਾ ਉਹ 4 ਤੋਂ ਜ਼ਿਆਦਾ ਯਾਨੀ 4 ਤੋਂ ਵੱਡਾ ਹੈ, ਯਾਨੀ ਆਪਾਂ ਕਹਿ ਦਾਂਗੇ b ਸਕੁਅਰ ਹੈ ਜਿਹੜਾ 2 ਦੇ ਸਕੁਅਰ ਤੋਂ ਵੱਡਾ ਹੈ। ਠੀਕ ਹੈ, ਤਾਂ ਇੱਥੇ ਤੁਸੀਂ ਇੱਕ ਗੱਲ ਯਾਦ ਰੱਖਣੀ ਹੈ। ਇੱਥੇ ਹੁਣ ਤੁਸੀਂ ਇਹ ਦੇਖੋ, ਇੱਕ ਸਾਡੇ ਕੋਲ ਜਿਹੜੀ ਨੰਬਰ ਲਾਈਨ ਜੇ ਆਪਾਂ ਡਰਾਅ ਕਰੀਏ, ਠੀਕ ਹੈ, ਇੱਥੇ ਨੰਬਰ ਲਾਈਨ ਮੈਂ ਡਰਾਅ ਕੀਤੀ, ਇੱਥੇ 0 ਹੈ ਦੇਖੋ, ਇੱਥੇ +2 ਹੈ, ਇੱਥੇ -2 ਹੈ। ਹੁਣ ਜਦੋਂ ਵੈਲਿਊ 2 ਤੋਂ ਵੱਧ ਗਈ, 2 ਤੋਂ ਜ਼ਿਆਦਾ ਕੋਈ ਵੈਲਿਊ ਤੁਸੀਂ ਲੈਂਦੇ ਹੋ, ਮੰਨ ਲਓ 3 ਲੈਂਦੇ ਹੋ, ਤਾਂ ਜੇ 3 ਦਾ ਸਕੁਅਰ ਕਰੋਗੇ ਤਾਂ ਕਿੰਨਾ ਆਉਂਦਾ 9 ਆਉਂਦਾ। ਤਾਂ 9 ਹੈ ਜਿਹੜਾ 2 ਦੇ ਸਕੁਅਰ ਤੋਂ ਯਾਨੀ 4 ਤੋਂ ਤਾਂ ਕੀ ਹੈ ਜ਼ਿਆਦਾ ਹੀ ਹੈ। ਯਾਨੀ ਇਸ ਤੋਂ ਬਾਅਦ ਵਾਲੀਆਂ ਜਿੰਨੀਆਂ ਵੀ ਵੈਲਿਊਜ਼ ਹੋਣਗੀਆਂ ਇੱਧਰਲੀਆਂ 2 ਤੋਂ ਵੱਡੀਆਂ, ਉਹਨਾਂ ਦੇ ਲਈ v ਦਾ ਸਕੁਅਰ ਯਾਨੀ ਉਹਨਾਂ ਵੈਲਿਊਜ਼ ਲਈ v ਹੈ ਜਿਹੜਾ v ਦਾ ਸਕੁਅਰ ਹੈ ਉਹ ਹਮੇਸ਼ਾ 4 ਤੋਂ ਵੱਡਾ ਹੋਊਗਾ। ਜੇ b ਅਸੀਂ ਮੰਨ ਲਓ 3 ਲੈ ਲਈਏ, b ਅਸੀਂ 4 ਲੈ ਲਈਏ, ਤਾਂ ਇਹਨਾਂ ਦਾ ਜਦੋਂ ਸਕੁਅਰ ਕਰਾਂਗੇ ਤਾਂ ਉਹ ਹਮੇਸ਼ਾ 4 ਤੋਂ ਕੀ ਆਊਗਾ ਵੱਡਾ ਹੋਊਗਾ। ਇਸੇ ਤਰ੍ਹਾਂ ਜੇ ਅਸੀਂ ਵੈਲਿਊਜ਼ ਇੱਧਰੋਂ ਚੱਕਦੇ ਹਾਂ, ਇੱਧਰਲੀ ਸਾਈਡ -2 ਤੋਂ ਛੋਟੀਆਂ, ਮੰਨ ਲਓ ਅਸੀਂ ਵੈਲਿਊ -3 ਲੈ ਲਈ, ਮੰਨ ਲਓ ਸਾਡਾ b -3 ਹੈ, ਤਾਂ ਉਹਦਾ ਸਕੁਅਰ ਕਿੰਨਾ ਹੋ ਗਿਆ 9, ਤਾਂ ਉਹ ਵੀ ਤਾਂ 4 ਤੋਂ ਵੱਡਾ ਹੀ ਹੈ। ਤਾਂ ਅਸੀਂ ਇਹ ਕਹਿ ਸਕਦੇ ਹਾਂ ਜਿਹੜੀਆਂ ਵੈਲਿਊਜ਼ ਜਾਂ ਤਾਂ -2 ਤੋਂ ਛੋਟੀਆਂ ਜਾਂ +2 ਤੋਂ ਵੱਡੀਆਂ, +2 ਤੋਂ ਵੱਡੀਆਂ, ਉਹਨਾਂ ਦੇ ਲਈ ਜਿਹੜਾ b ਸਕੁਅਰ ਹੋਊਗਾ ਉਹ 4 ਤੋਂ ਕੀ ਹੋਊਗਾ ਹਮੇਸ਼ਾ ਵੱਡਾ ਹੋਊਗਾ। ਠੀਕ ਹੈ, ਤਾਂ ਇੱਥੋਂ ਗੱਲ ਨਿਕਲ ਕੇ ਆਈ, ਸਾਡਾ ਜਿਹੜਾ ਆਨਸਰ ਹੋਊਗਾ ਦੇਖੋ ਕੀ ਹੈ। ਹੁਣ ਆਨਸਰ ਤਾਂ ਆਪਾਂ ਟਿਕ ਕਰ ਦਈਏ ਇੱਕ ਵਾਰ, ਤਾਂ ਜਿਹੜਾ ਆਨਸਰ ਹੈ ਸਾਡਾ ਸੈਕੰਡ ਆਪਸ਼ਨ ਸਾਡਾ ਰਾਈਟ ਆਨਸਰ ਹੋਊਗਾ ਇਹਦੇ ਵਿੱਚ, ਇਸ ਤੇ ਅਸੀਂ ਟਿਕ ਕਰ ਦਾਂਗੇ। ਠੀਕ ਹੈ, ਔਰ ਜੇ ਸਾਡੇ ਕੋਲ ਇਹੀ ਕੁਐਸਚਨ ਇਸ ਤਰੀਕੇ ਨਾਲ ਬਣਦਾ b ਸਕੁਅਰ ਲੈਸ ਦੈਨ 2 ਸਕੁਅਰ ਹੁੰਦਾ ਇੱਥੇ ਮੰਨ ਲਓ, ਤਾਂ ਜਿਹੜੀਆਂ ਵਿੱਚ ਵੈਲਿਊ ਸੀ -2 ਤੋਂ ਲੈ ਕੇ 2 ਤੱਕ, ਇਹ ਸਾਡਾ ਆਨਸਰ ਹੁੰਦਾ ਫਿਰ ਜੇ ਲੈਸ ਦੈਨ ਦਾ ਸਾਈਨ ਹੁੰਦਾ। ਠੀਕ ਹੈ, ਜੇ ਗ੍ਰੇਟਰ ਦੈਨ ਦਾ ਤਾਂ 2 ਕੇਸ ਅਰਾਈਜ਼ ਕਰਨੇ। ਅੱਗੇ ਚੱਲਦੇ ਨੈਕਸਟ ਕੁਐਸਚਨ ਤੇ। ਜੇ A B C D E ਅਤੇ F ਇੱਕ ਅੰਕ ਗਣਿਤਕ ਲੜੀ ਦੇ ਵਿੱਚ ਹਨ ਤਾਂ E - C ਦੀ ਵੈਲਿਊ ਕੀ ਹੋਊਗੀ, ਇਹ ਸਾਨੂੰ ਕੁਐਸਚਨ ਦੇ ਵਿੱਚ ਪੁੱਛਿਆ ਹੋਇਆ। ਤਾਂ ਬਿਲਕੁਲ ਆਸਾਨ ਜਿਹਾ ਕੁਐਸਚਨ ਹੈ। ਪਹਿਲੀ ਟਰਮ ਹੈ, ਦੇਖੋ ਬੇਟਾ ਪਹਿਲੀ ਟਰਮ ਹੈ ਸਾਡੇ ਕੋਲ ਕਿਸੇ ਵੀ AP ਦੇ ਵਿੱਚ ਜਦੋਂ ਆਪਾਂ ਟਰਮਾਂ ਲਿਖਦੇ ਹੁੰਦੇ ਹਾਂ, ਪਹਿਲੀ ਟਰਮ ਸਾਡੇ ਕੋਲ A ਹੁੰਦੀ ਹੈ, ਦੂਸਰੀ ਟਰਮ A + D ਹੁੰਦੀ ਹੈ, ਤੀਸਰੀ ਟਰਮ A + 2D ਹੁੰਦੀ ਹੈ, ਚੌਥੀ ਟਰਮ ਸਾਡੇ ਕੋਲ ਇਸੇ ਤਰ੍ਹਾਂ ਹੁੰਦੀ ਹੈ A + 3D, A + 3D। ਉਸ ਤੋਂ ਬਾਅਦ ਇਸੇ ਤਰ੍ਹਾਂ ਪੰਜਵੀਂ ਟਰਮ ਹੋਊਗੀ A + 4D, ਔਰ ਛੇਵੀਂ ਜਿਹੜੀ ਟਰਮ ਹੋਊਗੀ ਸਾਡੇ ਕੋਲੇ ਉਹ ਹੋਊਗੀ A + 5D। ਅਸੀਂ ਇਸ ਤਰੀਕੇ ਨਾਲ ਟਰਮਜ਼ ਨੂੰ ਲਿਖਦੇ ਹੁੰਦੇ ਹਾਂ। ਹੁਣ ਜਿਹੜੀ ਪਹਿਲੀ ਟਰਮ ਹੈ ਸਾਨੂੰ A ਹੀ ਦਿੱਤੀ ਹੋਈ ਹੈ, ਦੂਸਰੀ ਨੂੰ ਇਹਨਾਂ ਨੇ B ਕਿਹਾ ਹੋਇਆ, ਤੀਸਰੀ ਨੂੰ C ਕਿਹਾ ਹੋਇਆ, ਚੌਥੀ ਨੂੰ D ਕਿਹਾ ਹੋਇਆ, ਪੰਜਵੀਂ ਨੂੰ E, ਔਰ ਛੇਵੀਂ ਨੂੰ ਕੀ ਕਿਹਾ ਹੋਇਆ F। ਉਹਨਾਂ ਨੇ ਇਹ ਕਿਹਾ ਹੋਇਆ A B C D E F are in AP, ਇਹ AP ਦੇ ਵਿੱਚ ਹੈ। ਤਾਂ ਪਹਿਲੀ ਟਰਮ A ਸੀ, ਦੂਸਰੀ A + D, ਇਹ ਦਿੱਤਾ ਹੋਇਆ। ਸਾਨੂੰ ਵੈਲਿਊ ਪੁੱਛੀ ਹੋਈ ਹੈ E - C ਦੀ, E - C ਦੀ। ਜੇ E ਚੋਂ ਅਸੀਂ C ਘਟਾਉਂਦੇ ਹਾਂ, ਇਹਦੇ ਵਿੱਚੋਂ A ਘਟਾਉਂਦੇ ਹਾਂ, E ਕਿੰਨਾ A + 4D, ਉਸ ਦੇ ਵਿੱਚੋਂ C ਘਟਾਤਾ ਯਾਨੀ A ਘਟਾਤਾ ਔਰ 2D ਘਟਾਤਾ ਸੀ। ਠੀਕ ਹੈ, A ਨਾਲ ਇਹ ਕੱਟ ਗਿਆ, 4D ਚੋਂ 2D ਘਟਾਏ ਕਿੰਨਾ ਆ ਗਿਆ 2D। ਇਹ ਸਾਡੇ ਕੋਲੇ ਆਨਸਰ ਆ ਗਿਆ। ਹੁਣ ਅਸੀਂ ਆਨਸਰ ਚੈੱਕ ਕਰਦੇ ਹਾਂ, ਆਪਸ਼ਨ ਦੇ ਵਿੱਚ ਕਿਤੇ ਦਿੱਤਾ ਹੋਇਆ ਨਹੀਂ ਹੈਗਾ ਇਹ ਆਪਸ਼ਨ। ਤਾਂ ਹੁਣ ਦੇਖੋ ਆਪਸ਼ਨ ਤੋਂ ਚੈੱਕ ਕਰਦੇ ਹਾਂ। ਚੌਥਾ ਆਪਸ਼ਨ ਦੇਖੋ ਕੀ ਹੈ D - C, D - C। ਜੇ D ਚੋਂ C ਘਟਾਈਏ ਕੀ ਆਊਗਾ, D ਦੇਖੋ ਕੀ ਹੈ ਆ ਰਿਹਾ A + 3D, ਉਹਦੇ ਵਿੱਚੋਂ C ਘਟਾਇਆ A + 2D ਘਟਾਉਣੇ। ਜੇ ਦੇਖੋ A + 3D ਚੋਂ A + 2D ਘਟਾਉਣੇ ਹੈ ਤਾਂ ਇਹ ਨਾਲ ਇਹ ਤਾਂ ਕੱਟ ਗਿਆ, 3D ਚੋਂ 2D ਘਟਾਇਆ 1D ਆਉਂਦਾ। ਇਹ ਸਾਡਾ ਆਨਸਰ ਨਹੀਂ ਹੈਗਾ। ਸਾਡਾ ਆਨਸਰ ਕਦੋਂ ਮੈਚ ਕਰੂਗਾ ਜੇ ਸਾਡੇ ਕੋਲੇ 2D ਆਉਂਦਾ। ਠੀਕ ਹੈ, ਤਾਂ ਇੱਥੇ ਦੇਖੋ D - C,
डी माइनस सी हुणी करके हटे सी आपां, कितना आया सी डी माइनस सी, डी आया सीगा। तीसरे ऑप्शन की गल कर रहा मैं, हुणी आपां सॉल्व किया सी, डी माइनस सी कितना आया सी, डी आया सी, और अगे किन्ने 2 नाल मल्टीप्लाई की हुई 2D, तो यदी वैल्यू कितनी आऊगी 2D, तो अपने को भी ई माइनस सी की वैल्यू 2D आई सी ना, तो यही साडा की है तीसरा ऑप्शन राइट आंसर है। अगे नैक्सट क्वेश्चन, अगला साडा देखो प्रश्न है, दो त्रिभुजां दे संगत कोण बराबर हैं। जो दो त्रिभुजां दे संगत कोण बराबर हो गए तो इन्हां दा कहण दा मतलब ये है भी जिहड़ियां दोनों ट्रायंगल ने वो समरूप है, सिमिलर है, दोनों ट्रायंगल च की है समरूप है। क्यों? क्योंकि संगत कोण बराबर है, कोण कोण समरूपता का जिहड़ा नियम है वो लग गया। ठीक है, इन्हां त्रिभुजां दे खेत्रफलों का अनुपात सानूं दिता होया, खेत्रफलों का अनुपात कितना 16:25। इन्हां दियां संगत उचाइयां का अनुपात की होगा, संगत उचाइयां का अनुपात, चाहे तुहानूं बेटा संगत उचाइयां का अनुपात पुछया होवे, चाहे संगत भुजावां का अनुपात पुछया होवे, चाहे तुहानूं संगत मध्यकावां का अनुपात पुछया होवे, चाहे तुहानूं संगत शिखर लंबा का अनुपात पुछया होवे, तुसीं की करना हैगा, सिर्फ जिहड़ा तुहानूं खेत्रफलों का अनुपात दिता हुंदा है उसका वर्गमूल करना है, उसका की करना है वर्गमूल करना है। 16 और 25 का वर्गमूल करांगे, 16 का अनुपात कितना आ गया वर्गमूल 4, 25 का 5, तो 4 अनुपात साडा की आ गया आंसर। इस गल नूं नोट कर लेना है, चाहे तुहानूं संगत उचाइयां का अनुपात पुछया होए समरूप त्रिभुजां दा, चाहे तुहानूं संगत शिखर लंबां दा, चाहे संगत मध्यकावां दा, चाहे संगत भुजावां दा, सिर्फ करना की है वर्गमूल करना किसदा, खेत्रफलों के अनुपात। तो आंसर देख लो, चौथा ऑप्शन साडा की है राइट आंसर है। अगे चलते नैक्सट क्वेश्चन, 17वां बेटा क्वेश्चन है, देखो दो खंबे जिन्हां दियां उचाइयां क्रमवार कितनियां, देखो 6 मीटर और 7.2 मीटर हैं, समतल भूमि ते खड़े हैं, जेकर उन्हां दे हेठले सिरिਆਂ ਦੇ ਵਿਚਕਾਰਲੀ दूरी 0.5 मीटर होवे तो उन्हां दे उपरले सिरिਆਂ ਦੇ ਵਿਚਕਾਰਲੀ दूरी की होवेगी, ये सानू क्वेश्चन पूछा हुआ है। तो आओ करते हैं इनू हल। तो देखो पहला आप छोटा जिहा एक डायग्राम बनाने हैं, एक साडे कोले खंभा है, जिहड़ा पहला खंभा देखो इस तरीके नाल आपां ड्रॉ कर लिया, एक दूसरा होर है, दो साडे कोल खंभे है, उन्होंने आपां ड्रॉ कर लिया। ठीक है, पहला है साडे कोले गिवन की है, देखो पहले खंभे की जिहड़ी उचाई कितनी है 6 मीटर और दूसरे की जिहड़ी उचाई है कितनी है 7.2 मीटर। इस तरीके नाल दो साडे कोले खंभे सी, पहले की उचाई 6 मीटर, दूसरे 7.2, और उन्होंने जिहड़े हेठले सिरे सी उन्होंने विचकार दूरी कितनी सी 0.5 मीटर। तो उपरले सिरिਆਂ ਦੇ ਵਿਚਕਾਰ ਜਿਹੜੀ दूरी है सानू वो पूछी हुई आ वाली दूरी, जे असी ਇਹਦਾ नाम रख लीए इस दूरी का की है AB, ए तो लैके B तक जी दूरी सानू पूछी हुई है। हुण जे असी देखिए इत्थों एक मैं लाइन ड्रॉ करती है, देखो AC, इत्थे मैं C लिख लिया, जिहड़ी ये दूरी है AC दूरी ये 0.5 ਦੇ की होगी बराबर होगी, जिन्नी दूरी आ हेठां सी उन्नी दूरी ही A ते C ਦੇ ਵਿਚਕਾਰ 0.5 मीटर। हुण जे BC की आपां लंबाई देखिए, BC आ वाली दूरी इत्थों लेके B तो लेके C तक, ये दूरी कितनी होगी, सारी साडे कोले जिहड़ी दूसरे खंभे की लंबाई 7.2 सी, उस दे विचों देखो इन्नी दूरी कितनी हो गया, इत्थों लेके इत्थों तक जिहड़ा मैं तीर बनाया देखो आ 6 सी, इधर आ भी 6 मीटर है, जे असीं 7.2 चों 6 मीटर घटा दीए 1.2 साडे कोले मीटर जिहड़ी दूरी बच गई वो BC बच गई 1.2 मीटर। तो हुण जिहड़ी उपर ट्रायंगल बन रही है ABC वो एक राइट एंगल ट्रायंगल है, उत्थों असीं पाइथागोरस थ्योरम है जिहड़ी पाइथागोरस थ्योरम उस दे नाल असीं AB की वैल्यू कढ लांगे। किवें कढदे हुंदे आपां, करन किवें कढदे ने, वर्गमूल पहला लंब दा स्केयर यानी 1.2 का वर्ग प्लस फिर आधार का वर्ग, आधार कितना 0.5, इस तरीके नाल असीं पाइथागोरस थ्योरम अपलाई करती। पहला असी BC का वर्ग किया, लंब का वर्ग किया, फिर असी आधार का वर्ग किया यानी AC का वर्ग किया, उसका की करता वर्गमूल। 12 का वर्ग 144 होंदा, बिंदु 2 बाद हो जाऊगा 1.44, उम्मी 5 का वर्ग 25 होंदा पर पॉइंट 2 बार हो जाऊगा 0.25, क्योंकि देखो 1.2 की 1.2 ना गुणा करांगे तो साडे कोले आंसर की आऊगा 1.44। तो इत्थे इसका की करदा है वर्गमूल, ये बन गया वर्गमूल 1.69 का। 169 का वर्गमूल कितना होंदा 13, और एक बाद की लग जूगा बिंदु, तो इनू जो सॉल्व करांगे तो कितना आ गया 1.3 मीटर। सिर्फ पाइथागोरस थ्योरम ही लाउणी सी, तो देखो 1.3 मीटर कित्थे है
थर्ड ऑप्शन ਦੇ ਵਿੱਚ ਸਾਡੇ ਕੋਲੇ ਰਾਈਟ ਆਨਸਰ ਹੈ। ਅਗਲਾ ਕੁਐਸਚਨ ਹੈ ਜਿਹੜਾ ਸਾਡੇ ਕੋਲੇ 18ਵਾਂ ਕੁਐਸਚਨ, 5 ਦੇ ਪਹਿਲੇ 100 ਗੁਣਜਾਂ ਦਾ ਜੋੜਫਲ ਪਤਾ ਕਰੋ। 5 ਦੇ ਪਹਿਲੇ 100 ਗੁਣਜਾਂ ਦਾ ਜੋੜਫਲ ਪਤਾ ਕਰੋ। 5 ਦੇ ਪਹਿਲੇ 100 ਗੁਣਜਾਂ ਦਾ ਜੋੜਫਲ, ਪਹਿਲਾ ਦੇਖੋ 5 ਹੋਊਗਾ, 5 ਦਾ ਪਹਾੜਾ ਲਿਖਣਾ ਹੈ। ਦੂਸਰਾ ਕੀ ਹੋਊਗਾ, ਇੱਕ ਮਿੰਟ, ਪਹਿਲਾ ਗੁੰਜ 5 ਹੋਊਗਾ, ਉਸ ਤੋਂ ਬਾਅਦ ਵਾਲਾ 10 ਹੋਊਗਾ, ਉਸ ਤੋਂ ਬਾਅਦ 15। ਇਸ ਤਰੀਕੇ ਨਾਲ ਹੀ ਚੱਲਦਾ ਜਾਊਗਾ ਅੱਗੇ ਤੱਕ ਐਂਡ ਸੋ ਔਨ। ਕਿੰਨੇ ਗੁੰਜਾਂ ਦਾ ਜੋੜ ਕੱਢਣਾ ਸੀ ਅਸੀਂ, 100 ਗੁੰਜਾਂ ਦਾ। 100 ਗੁੰਜਾਂ ਦਾ, ਜਿਹੜੇ ਪਹਿਲੇ 100 ਮਲਟੀਪਲ ਸੀ ਉਹਨਾਂ ਦਾ ਜੋੜ ਕੱਢਣਾ ਸੀ। ਦੇਖੋ A ਕਿੰਨਾ, ਇੱਥੇ 5 ਹੈ। ਜੇ D ਦੇਖੋਗੇ, D ਕਿੰਨਾ, 10 ਚੋਂ 5 ਘਟਾਇਆ ਉਹ ਵੀ 5 ਹੈ AP ਦੇ ਵਿੱਚ। ਔਰ N ਕਿੰਨਾ ਹੈ, ਕਿੰਨੇ ਗੁੰਜ ਲਏ ਆ, 100। ਤਾਂ SN ਕੱਢਣ ਦਾ ਫਾਰਮੂਲਾ ਕੀ ਹੁੰਦਾ ਹੈ, N/2 ਜੋੜ ਕੱਢਣ ਦਾ 2A + N - 1D। ਇੱਕ ਹੋਰ ਫਾਰਮੂਲਾ ਸੀ, ਉਸ ਨਾਲ ਵੀ ਇਹ ਕੁਐਸਚਨ ਆ ਜਾਂਦਾ। ਦੋਨਾਂ ਨਾਲ ਕਰਦੇ ਹਾਂ ਆਪਾਂ, ਪਹਿਲਾਂ ਇਸ ਨਾਲ ਕਰਦੇ ਹਾਂ। 100/2, N ਦੀ ਵੈਲੂ ਭਰਤੀ ਮੈਂ 100 + 2A, A ਦੀ ਵੈਲੂ ਕਿੰਨੀ ਹੈ ਦੇਖੋ 5 ਹੈ, 5 ਭਰਤੀ। N - 1, 100 - 1, 100 - 1। D ਕਿੰਨਾ, 5। ਤਾਂ ਇਸ ਨੂੰ ਆਪਾਂ ਸੋਲਵ ਕਰ ਦਿੰਦੇ ਹਾਂ। ਇਹ ਹੈਗਾ 100/2 + 5 ਦੂਣੀ 10, ਤੇ ਇੱਥੇ ਹੈਗਾ 100 ਚੋਂ 1 99, 99 × 5। ਤਾਂ ਇਹਨੂੰ ਹੱਲ ਕਰ ਦਿੰਦੇ ਹਾਂ। ਇਹ ਹੈਗਾ ਸਾਡੇ ਕੋਲ ਦੇਖੋ 100/2, ਇਹਨੂੰ ਕੱਟਣਾ ਆਪਾਂ ਕੱਟ ਵੀ ਸਕਦੇ ਹਾਂ, ਬਾਅਦ 'ਚ ਹੀ ਕੱਟਦਾ ਇੱਕ ਵਾਰ। 100/2 ਇਹ ਹੈਗਾ 10 + 99 ਤੇ 5 ਦੀ ਗੁਣਾ ਕਰ ਦਾਂਗੇ। 9 × 5 = 45, 4 ਹੱਥ ਲਾ ਗਏ, 9 × 5 = 45 ਤੇ 4 = 49। ਇਹ ਆ ਗਿਆ ਸਾਡੇ ਕੋਲੇ, 2 ਨੂੰ ਕੱਟ ਦਿੰਦੇ ਆਪਾਂ 50 ਨਾਲ। 50 ਦੂਣਾ 100, ਇਹ ਆ ਗਿਆ 50 × 10 ਤੇ 495 ਨੂੰ ਅਸੀਂ ਜੋੜ ਦਾਂਗੇ। ਇਹ ਆ ਗਿਆ ਸਾਡੇ ਕੋਲੇ 505। ਤਾਂ ਗੁਣਾ ਕਰ ਦਿਓ, 5 × 5 = 25, ਫਿਰ 5 × 5 = 25, ਇੱਕ 0 ਨਾਲ ਲੱਗ ਗਈ। ਤਾਂ ਇਹ ਸਾਡਾ ਕੀ ਆ ਗਿਆ, ਆਨਸਰ। ਤਾਂ ਦੇਖੋ ਇਹ ਸਾਡੇ ਕੋਲੇ ਸੈਕੰਡ ਆਪਸ਼ਨ ਕੀ ਹੈਗਾ, ਰਾਈਟ ਆਨਸਰ ਹੈ। ਇੱਕ ਇਹਦਾ ਸ਼ਾਰਟਕਟ ਮੈਥਡ ਬੇਟਾ ਤੁਹਾਨੂੰ ਦੱਸਦੇ, ਇਹ ਥੋੜ੍ਹਾ ਜਿਹਾ ਲੈਂਥੀ ਹੋ ਗਿਆ ਨਾ। ਇਹ ਸਾਡਾ ਜਿਹੜਾ ਬੁੱਕ ਦੇ ਵਿੱਚ ਮੈਥਡ ਸੀ ਅਸੀਂ ਉਸ ਦੇ ਨਾਲ ਕੀਤਾ ਹੈ ਨਾ। ਹੁਣ ਇੱਕ ਤੁਹਾਨੂੰ ਮੈਥਡ ਹੋਰ ਦੱਸਦੇ ਇਹਦਾ, ਇੱਥੇ ਰੁਕੋ। ਦੇਖੋ 5 ਤੋਂ ਲੈ ਕੇ ਸਾਡੇ ਕੋਲੇ ਜੋੜ ਸੀਗਾ, ਜੇ ਅਸੀਂ ਸਾਰਿਆਂ ਦੇ ਵਿੱਚੋਂ 5 ਸਾਂਝਾ ਕੱਢ ਲਈਏ, ਜਿੰਨੀਆਂ ਵੀ ਟਰਮਾਂ ਸੀ ਸਾਰਿਆਂ ਦੇ ਵਿੱਚੋਂ 5 ਕੀ ਕੱਢ ਲਈਏ, ਸਾਂਝਾ ਕੱਢ ਲੈਂਦੇ ਹਾਂ। ਤਾਂ ਸਾਡੇ ਕੋਲੇ ਕੀ ਆ ਰਿਹਾ, ਦੇਖੋ 5 ਸਾਂਝਾ ਕੱਢ ਲਿਆ, ਪਹਿਲੀ ਟਰਮ ਬਚ ਗਈ 1, ਫਿਰ 5 ਦੂਣੀ 10, ਦੂਜੀ ਟਰਮ 2, ਤੀਸਰੀ 5 ਤੀਏ 15, ਐਂ ਚੱਲਦਾ ਜਾਊਗਾ ਕਿੱਥੋਂ ਤੱਕ, 100 ਪਦਾਂ ਤੱਕ। 100 ਪਦ ਸੀ ਨਾ ਸਾਰੇ। ਤਾਂ 1 ਤੋਂ ਲੈ ਕੇ N ਤੱਕ ਦੀ ਗਿਣਤੀ ਦਾ ਜਿਹੜਾ ਫਾਰਮੂਲਾ ਹੁੰਦਾ ਹੈਗਾ, ਉਹ ਮੈਂ ਬੇਟਾ ਤੁਹਾਨੂੰ ਦੱਸਿਆ ਹੋਇਆ ਬਹੁਤ ਵਾਰ, N × N + 1/2 ਹੁੰਦਾ ਹੈ। 1 ਤੋਂ ਲੈ ਕੇ N ਤੱਕ ਦੀ ਗਿਣਤੀ ਦਾ ਜੋੜ ਕੀ ਹੁੰਦਾ ਹੈ, N × N + 1/2। ਹੁਣ ਇੱਥੇ ਜਿਹੜੀ ਗਿਣਤੀ ਸੀ 100 ਤੱਕ ਸੀ, ਤਾਂ ਉਹਦਾ ਜੋੜ ਕੀ ਹੋਊਗਾ, 100 × 100 + 1/2। ਜੇ ਆਪਾਂ ਡਾਇਰੈਕਟ ਕਰਨਾ ਹੁੰਦਾ, ਇਹ ਕੱਟਿਆ ਗਿਆ, 50 ਦੂਣਾ 100, ਤਾਂ ਦੇਖੋ ਕਿੰਨਾ ਆ ਗਿਆ, 5 × 50, 100 ਤੇ 1 ਕਿੰਨਾ ਹੋ ਗਿਆ, 101। ਜਦੋਂ ਇਹਨਾਂ ਦੀ ਗੁਣਾ ਕਰਾਂਗੇ ਉਹੀ ਸਾਡਾ ਦੁਬਾਰਾ ਆਨਸਰ ਆ ਜੂ ਕਿੰਨਾ, 25,250। ਤਾਂ ਦੋਨੋਂ ਹੀ ਤਰੀਕੇ ਨਾਲ ਆਪਾਂ ਬੇਟਾ ਇਹ ਕੁਐਸਚਨ ਨੂੰ ਕਰਿਆ। ਜਿਹੜਾ ਹੁਣ ਆਪਾਂ ਮੈਥਡ ਕੀਤਾ ਵਾਲਾ, ਇਹ ਸਾਡੇ ਕੋਲ ਕੀ ਇਹਦਾ ਸ਼ਾਰਟਕਟ ਮੈਥਡ ਹੈ। ਇਸ ਤਰੀਕੇ ਨਾਲ ਵੀ ਆਪਾਂ ਕੁਐਸਚਨ ਨੂੰ ਕਰ ਸਕਦੇ ਹਾਂ। ਕੀ ਕਰਿਆ, ਪਹਿਲਾਂ 5 ਸਾਂਝਾ ਕੱਢ ਲਿਆ, ਉਹ 1 ਤੋਂ ਲੈ ਕੇ 100 ਤੱਕ ਦੀ ਗਿਣਤੀ ਬਣ ਗਈ। 1 ਤੋਂ ਲੈ ਕੇ N ਤੱਕ ਦੀ ਗਿਣਤੀ ਦਾ ਸਾਡੇ ਕੋਲ ਫਾਰਮੂਲਾ ਹੁੰਦਾ ਹੈ, ਕੀ ਹੁੰਦਾ ਹੈ, N × N + 1/2। ਤਾਂ ਇੱਥੇ ਉਹੀ ਫਾਰਮੂਲਾ ਮੈਂ ਅਪਲਾਈ ਕਰਤਾ। ਮੇਰੇ ਕੋਲ ਜਿਹੜਾ ਜੋੜ ਹੈ ਉਹ ਕਿੱਥੋਂ ਤੱਕ ਦੀ ਗਿਣਤੀ ਦਾ, 100 ਤੱਕ ਦਾ। ਤਾਂ ਕੀ ਹੋ ਗਿਆ, 100 × 100 + 1/2। 5 ਗੁਣਾ 'ਚ ਸੀਗਾ ਹੀ ਮੂਰੇ, ਉਹਨੂੰ ਸੋਲਵ ਕਰਤਾ। ਤਾਂ ਸਾਡਾ ਕੀ ਆ ਗਿਆ, ਰਾਈਟ ਆਨਸਰ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ, ਇਸ ਨੂੰ ਬੇਟਾ ਨੋਟ ਕਰ ਲਓ। ਅੱਗੇ ਹੈ 19ਵਾਂ ਕੁਐਸਚਨ। ਦੇਖੋ 2 ਸੰਖਿਆਵਾਂ ਪਤਾ ਕਰੋ ਜਿਨ੍ਹਾਂ ਦਾ ਜੋੜ 27 ਹੋਵੇ। ਪਹਿਲੀ ਗੱਲ ਦੇਖੋ, ਜੋੜ ਪਹਿਲੀ ਦਾ ਵੀ 27 ਬਣਦਾ, 12 ਤੇ 15 27 ਹੁੰਦਾ, 14 ਤੇ 13 ਵੀ 27 ਬਣਦਾ, 16 ਤੇ 11 ਵੀ 27 ਬਣ ਰਿਹਾ, 17 ਤੇ 10 ਵੀ 27 ਬਣ ਰਿਹਾ। ਜਾਣੀ ਪਹਿਲੀ ਸ਼ਰਤ ਸਾਰਿਆਂ ਦੇ ਉੱਪਰ ਲੱਗ ਗਈ। ਫਿਰ ਕੀ ਕਿਹਾ ਹੋਇਆ, ਗੁਣਨਫਲ 182 ਹੋਵੇ। ਗੁਣਨਫਲ ਕਿੰਨਾ ਹੋਵੇ, 182। 15 ਤੇ 12 ਦੀ ਜੇ ਗੁਣਾ ਕਰੀਏ, 5 ਦੂਣੀ 10, ਪਿੱਛੇ 0 ਆ ਗਈ, ਇਹ ਤਾਂ ਬਣਦਾ ਨਹੀਂ, ਕਿਉਂਕਿ ਪਿੱਛੇ ਕਿੰਨਾ ਗੁਣਾ ਕਿੰਨੀ ਚਾਹੀਦੀ, 182, ਪਿੱਛੇ 2 ਚਾਹੀਦਾ। 16 ਤੇ 11 ਦੀ ਗੁਣਾ ਕਰਾਂਗੇ, 6 × 6 ਪਿੱਛੇ 6 ਬਣ ਰਿਹਾ, ਇਹ ਵੀ ਆਨਸਰ ਨਹੀਂ ਹੈਗਾ। 17 ਦਾ
170 ਹੁੰਦਾ, ਇਹ ਵੀ ਹੈ ਨਹੀਂਗਾ। ਦੇਖੋ 14 ਤੇ 13 ਦੀ ਜੇ ਅਸੀਂ ਗੁਣਾ ਕਰਾਂਗੇ, 14 ਗੁਣਾ 13 ਤਾਂ ਕਿੰਨੀ ਬਣਦੀ ਹੈ, ਉਹ 182 ਬਣਦੀ ਹੈ। ਤਾਂ ਇਹੀ ਸਾਡਾ ਰਾਈਟ ਆਂਸਰ ਹੈ ਵੀ ਜੋੜ 27 ਹੋਵੇ ਤੇ ਗੁਣਾ 182 ਹੋਵੇ। ਅੱਗੇ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅੱਗੇ ਹੈ ਹੇਠਾਂ ਦਿੱਤੀ ਸਾਰਨੀ ਵਿੱਚ ਕਿਸੇ ਮੁਹੱਲੇ ਦੇ 25 ਪਰਿਵਾਰਾਂ ਦੇ ਭੋਜਨ ਤੇ ਹੋਏ ਰੋਜ਼ਾਨਾ ਖਰਚ ਨੂੰ ਦਰਸਾਉਂਦੀ ਹੈ। ਦਿੱਤੀ ਹੋਈ ਇੱਕ ਸਾਰਨੀ, ਭੋਜਨ ਤੇ ਹੋਏ ਰੋਜ਼ਾਨਾ ਖਰਚ ਦਾ ਮੱਧਮਾਨ ਕੀ ਹੋਵੇਗਾ। ਅਸੀਂ ਮੱਧਮਾਨ ਹੈ ਜਿਹੜਾ ਉਹ ਕੱਢਣਾ। ਤਾਂ ਮੱਧਮਾਨ ਆਪਾਂ ਬੇਟਾ ਕਿਵੇਂ ਕੱਢਦੇ ਹੁੰਦੇ ਹਾਂ, ਚਲੋ ਇਹਨੂੰ ਆਪਾਂ ਸੋਲਵ ਕਰ ਦਿੰਦੇ ਹਾਂ। ਇਹ ਆਪਣਾ ਕੁਐਸਚਨ ਦੇਖੋ ਕੀ ਸੀਗਾ। ਪਹਿਲਾਂ ਸਾਨੂੰ ਵਰਗ ਅੰਤਰਾਲ ਦਿੱਤੇ ਹੋਏ ਹੈ, ਕਿੱਥੋਂ ਲੈ ਕੇ ਕਿੱਥੋਂ ਤੱਕ ਹੈ। ਦੇਖੋ ਪਹਿਲਾਂ 100 ਤੋਂ 150, ਫਿਰ 150 ਤੋਂ 200, ਫਿਰ ਹੈ 200 ਤੋਂ 250, ਫਿਰ ਹੈ 250 ਤੋਂ 300, ਫਿਰ ਹੈ 300 ਤੋਂ 350। ਇਹ ਸਾਨੂੰ ਵਰਗ ਅੰਤਰਾਲ ਦਿੱਤੇ ਹੋਏ ਸੀਗੇ। ਠੀਕ ਹੈ, ਇਹਨਾਂ ਦਾ ਪਹਿਲਾਂ ਅਸੀਂ ਵਰਗ ਚਿੰਨ੍ਹ ਕੱਢਦੇ ਹਾਂ, ਜਿਹਨੂੰ ਅਸੀਂ XI ਕਹਿੰਦੇ ਹੁੰਦੇ ਹਾਂ। ਇਹਨਾਂ ਦਾ ਕੀ ਪਤਾ ਕਰਦੇ ਹਾਂ ਆਪਾਂ, ਪਹਿਲਾਂ ਵਰਗ ਚਿੰਨ੍ਹ ਜਿਹਨੂੰ ਆਪਾਂ ਕੀ ਕਹਿੰਦੇ ਹਾਂ XI, ਉਹ ਕਿਵੇਂ ਪਤਾ ਕਰਦੇ ਹਾਂ। ਦੇਖੋ X ਔਰ I ਕਹਿੰਦੇ ਹਾਂ, ਇਹਨਾਂ ਦੋਨਾਂ ਨੂੰ ਅਸੀਂ ਜੋੜ ਦਿੰਦੇ ਹੁੰਦੇ ਹਾਂ, ਦੋ ਤੇ ਕੀ ਕਰ ਦਿੰਦੇ ਹਾਂ ਭਾਗ। ਹੁਣ 100 ਨੂੰ ਤੇ 150 ਨੂੰ ਅਸੀਂ ਜੋੜਾਂਗੇ, ਵਰਗ ਚਿੰਨ੍ਹ ਕਿਵੇਂ ਕੱਢਦੇ ਹੁੰਦੇ ਹਾਂ, 100 ਤੇ 150 ਨੂੰ ਜੋੜਾਂਗੇ, ਦੋ ਤੇ ਭਾਗ ਕਰਦੇ ਹਾਂ, 250 ਬਣ ਗਿਆ। 250 ਦਾ ਦੋ ਤੇ ਭਾਗ ਕਰਿਆ, ਕਿੰਨਾ ਆ ਗਿਆ 125, 125 ਆ ਜਾਓ। ਠੀਕ ਹੈ, ਇਸੇ ਤਰੀਕੇ ਨਾਲ ਹੁਣ 50-50 ਦਾ ਅੰਤਰ ਸੀ, ਅੱਗੇ ਅਸੀਂ 50 ਜੋੜਦੇ ਜਾਵਾਂਗੇ। 125 'ਚ 50 ਜੋੜੇ ਅਸੀਂ, ਅਗਲਾ ਕਿੰਨਾ ਆਊਗਾ ਵਰਗ ਚਿੰਨ੍ਹ 175 ਆਊਗਾ। ਜੇ ਅਸੀਂ ਇਹਨਾਂ ਨੂੰ ਜੋੜਾਂਗੇ 150 ਨੂੰ ਤੇ 200 ਨੂੰ, ਇਹ 350 ਹੋ ਜਾਊਗਾ। ਔਰ 350 ਨੂੰ ਦੋ ਤੇ ਭਾਗ ਕਰਿਆ ਨਹੀਂ, ਅੱਧਾ ਕੀਤਾ, ਕਿੰਨਾ ਆ ਗਿਆ 175। ਇਸੇ ਤਰ੍ਹਾਂ ਅਗਲਾ 50 ਜੋੜਾਂਗੇ, ਇਹਦੇ ਵਿੱਚ 225 ਆਊਗਾ ਅਗਲਾ, ਕਿਉਂਕਿ 50 ਦਾ ਅੰਤਰ ਹੈ ਸਾਰਿਆਂ ਦੇ ਵਿੱਚ, ਤਾਂ 50 ਦਾ ਅੰਤਰ ਹੀ ਰਹੂਗਾ। ਠੀਕ ਹੈ, ਫਿਰ ਅੱਗੇ 275, ਫਿਰ ਅੱਗੇ ਆ ਗਿਆ 325। ਔਰ ਬਾਰੰਬਾਰਤਾ ਜਿਹੜੀ ਸਾਨੂੰ FI ਉਹ ਦਿੱਤੀ ਹੋਈ ਹੈ। ਬਾਰੰਬਾਰਤਾ ਕਿੰਨੀ ਦਿੱਤੀ ਹੋਈ, ਪਹਿਲਾਂ ਦੇਖੋ 4 ਹੈ, ਫਿਰ ਦੂਸਰੇ ਵਰਗ ਦੀ 5, ਤੀਸਰੇ ਦੀ 12, ਚੌਥੇ ਦੀ 2, ਫਿਰ 2। ਫਿਰ ਅਗਲਾ ਅਸੀਂ ਕਾਲਮ ਬਣਾਉਣੇ ਹੁੰਦੇ ਆ, FI ਔਰ XI ਦੋਨਾਂ ਦੀ ਗੁਣਾ ਕਰ ਦਿੰਦੇ ਹਾਂ। ਬਾਰੰਬਾਰਤਾ ਵਾਲਾ ਜਿਹੜਾ ਕਾਲਮ ਸੀ ਔਰ ਵਰਗ ਚਿੰਨ੍ਹ ਵਾਲਾ ਜਿਹੜਾ ਕਾਲਮ ਸੀ, ਇਹਨਾਂ ਦੀ ਕੀ ਕਰ ਦਿਓ ਗੁਣਾ। 125 ਦੀ 4 ਨਾਲ ਗੁਣਾ ਕੀਤੀ ਆ ਗਿਆ 500, 175 ਦੀ 5 ਨਾਲ ਗੁਣਾ ਕੀਤੀ ਆ ਗਿਆ 875, ਫਿਰ 225 ਦੀ 12 ਨਾਲ ਗੁਣਾ ਕਰਾਂਗੇ, ਆ ਜਾਊਗਾ 2700, 275 ਦੀ 2 ਨਾਲ ਗੁਣਾ ਕਰਾਂਗੇ, ਆ ਜਾਊ 550, ਫਿਰ 325 ਦੀ 2 ਨਾਲ ਗੁਣਾ ਕਰਾਂਗੇ, ਆ ਜਾਊਗਾ 650। ਇਹਨਾਂ ਨੂੰ ਅਸੀਂ ਜੋੜ ਦਾਂਗੇ, ਜਿਹੜਾ ਲਾਸਟ ਕਾਲਮ ਸੀ ਸਾਡੇ ਕੋਲੇ, ਇਹਨਾਂ ਦਾ ਜਦੋਂ ਤੁਸੀਂ ਬੇਟਾ ਜੋੜ ਕਰੋਗੇ, ਇਸ ਨੂੰ ਮੈਂ ਲਿਖ ਰਿਹਾ ਗਾ, ਇਹ ਆਊਗਾ 5275। ਠੀਕ ਹੈ, ਔਰ ਬਾਰੰਬਾਰਤਾ ਵਾਲਾ ਜਿਹੜਾ ਕਾਲਮ ਸੀ, ਇਹਨਾਂ ਦਾ ਜੋੜ ਕਿੰਨਾ ਆਊਗਾ 25, ਕਿਉਂਕਿ 25 ਪਰਿਵਾਰਾਂ ਦਾ ਜਿਹੜਾ ਸਾਨੂੰ ਡਾਟਾ ਉਹ ਦਿੱਤਾ ਹੋਇਆ। ਤਾਂ ਹੁਣ ਅਸੀਂ ਕੱਢਦੇ ਹਾਂ ਮੱਧਮਾਨ। ਮੱਧਮਾਨ ਦਾ ਜਿਹੜਾ ਸਾਡਾ ਫਾਰਮੂਲਾ ਹੁੰਦਾ ਹੈ ਮੀਨ ਦਾ, ਉਹ ਕੀ ਹੁੰਦਾ ਹੈ, ਜਿਹੜਾ ਸਾਡੇ ਕੋਲੇ ਕਾਲਮ ਸੀ ਉਸ ਦਾ ਜੋੜ FI XI ਵਾਲੇ ਦਾ। ਆ ਸਿਗਮਾ ਜਿਹੜਾ ਸਾਈਨ ਹੈ, ਇਸ ਦਾ ਮਤਲਬ ਕੀ ਹੁੰਦਾ ਜੋੜ। ਕਿਹੜੇ ਕਾਲਮ ਦਾ ਜੋੜ, FI ਔਰ XI ਵਾਲੇ ਕਾਲਮ ਦਾ ਜੋੜ। ਹੇਠਾਂ ਕਿਹਦਾ ਜੋੜ ਹੈ, ਸਿਗਮਾ FI ਵਾਲਾ ਜਿਹੜਾ ਕਾਲਮ ਸੀ ਉਹਨਾਂ ਦਾ ਜੋੜ, ਜਾਣੀ ਇਹਨਾਂ ਨੂੰ ਅਸੀਂ ਭਾਗ ਕਰਨਾ। ਲਾਸਟ ਜਿਹੜਾ ਕਾਲਮ ਸੀ ਉਹਦਾ ਜੋੜ ਕਿੰਨਾ ਆਇਆ ਸੀ 5275, ਔਰ FI ਵਾਲਾ ਜਿਹੜਾ ਕਾਲਮ ਸੀ ਉਹਦਾ ਜੋੜ ਕਿੰਨਾ ਆਇਆ ਸੀ 25। ਇਹਨੂੰ ਹੁਣ ਅਸੀਂ ਕੱਟ ਦਾਂਗੇ, 25 ਦਾ ਪਹਾੜਾ ਪੜੋ, 25 ਦੂਣਾ 50, ਉੱਤੋਂ ਬਚ ਗਿਆ 2, 25 ਏਕਮ 25, ਫਿਰ 25 ਏਕਮ 25, ਇਹ ਕਿੰਨੇ ਦੇ ਕੱਟਿਆ ਗਿਆ 211 ਤੇ। ਤਾਂ 211 ਸਾਡਾ ਕੀ ਆ ਗਿਆ ਮੱਧਮਾਨ। ਤਾਂ ਇਸ ਤਰੀਕੇ ਨਾਲ ਬੇਟਾ ਇਹ ਕੁਐਸਚਨ ਕਰਨਾ ਸੀ। ਤਾਂ ਇਹਦਾ ਸਕਰੀਨਸ਼ਾਟ ਲੈ ਲਓ ਜਾਂ ਇਹਨੂੰ ਨੋਟ ਕਰ ਲਓ। ਤਾਂ ਦੇਖੋ ਆਨਸਰ ਕਿੱਥੇ ਹੈ, ਸੈਕਿੰਡ ਆਪਸ਼ਨ ਸਾਡੇ ਕੋਲ ਕੀ ਹੈਗਾ ਰਾਈਟ ਆਨਸਰ ਹੈ। ਤਾਂ ਚਲਦੇ ਹਾਂ ਅਗਲੇ ਪ੍ਰਸ਼ਨ ਤੇ। ਅੱਜ ਦੀ ਕਲਾਸ ਦੇ ਵਿੱਚ ਬੇਟਾ ਇੰਨਾ ਹੀ ਸੀ। ਜਿਹੜੇ ਬਾਕੀ ਰਹਿੰਦੇ ਕੁਐਸਚਨ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਤਾਂ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਦੋਸਤਾਂ ਨੂੰ ਔਰ ਕਲਾਸਮੇਟ ਨੂੰ, ਸਾਰਿਆਂ ਨੂੰ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ। ਜੋ ਬੱਚੇ ਪਹਿਲੀ ਵਾਰ ਚੈਨਲ ਨੂੰ ਵਿਜ਼ਿਟ ਕਰ ਰਹੇ ਨੇ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਔਰ ਜਿਹੜਾ ਬੈਲ ਦਾ ਨੋਟੀਫਿਕੇਸ਼ਨ ਹੈ ਉਸ ਨੂੰ ਪ੍ਰੈਸ ਕਰ ਦਿਓ, ਤਾਂ ਕਿ ਜਦੋਂ ਵੀ ਜਿਹੜੀ ਵੀਡੀਓ ਹੈ ਉਸ ਨੂੰ ਅਪਲੋਡ ਕਰੀਏ ਤਾਂ ਉਹਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚ ਜਾਵੇ। ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ। ਧੰਨਵਾਦ।